पाछे कछु न होएगा, जो सिर पर आवे काल। कबीर टाले टोले दिन गया, ब्याज बढ़ांतो जाए। ना हर भजियो ना खत फटियो, काल पहुँचो आए। चिंता ताकी कीजिए, जो अनहोनी होए। यह मार्ग संसार को, नानक थिर नहीं कोय। कबीर हो तन जाएगा, सको ताले हो बहोर। नांगे पावों ते गए, जिनके लाख करोड़। तू तां किसे दा जगाया नहीं हो जागना, एक दिन ऐसा समझेगा। तू तां किसे दा जगाया नहीं हो, एक दिन ऐसा समझेगा। किसे दा जगाया नहीं हो जगना, एक दिन ऐसा समझेगा। तू तां किसे दा जगाया नहीं हो जगना, एक दिन ऐसा समझेगा। तू तां किसे दा जगाया नहीं हो जगना, एक दिन ऐसा समझेगा। तू तां किसे दा जगाया नहीं हो जगना, एक दिन ऐसा समझेगा। तू तां किसे दा जगाया नहीं हो जागना, जगाया नहीं हो जगना, एक दिन ऐसा समझेगा। हो तू तां किसे दा जगाया नहीं हो जागना, एक दिन ऐसा समझेगा। किसे दा जगाया नहीं हो जगना, एक दिन ऐसा समझेगा। तू तां किसे दा जगाया नहीं हो जगना, एक दिन ऐसा समझेगा। तू तां किसे दा जगाया नहीं हो जगना, एक दिन ऐसा समझेगा। तू तां किसे दा जगाया नहीं हो जगना, एक दिन ऐसा समझेगा। मेरे प्यारे एक दिन ऐसा समझेगा। बंदिया एक दिन ऐसा समझेगा। एक दिन ऐसा समझेगा। बंदिया एक दिन ऐसा समझेगा। प्यारे एक दिन ऐसा समझेगा। बंदिया एक दिन ऐसा समझेगा। भोलिया एक दिन ऐसा समझेगा। भोलिया एक दिन ऐसा समझेगा। एक दिन ऐसा समझेगा। बंदिया एक दिन ऐसा समझेगा। एक दिन ऐसा समझेगा। बंदिया एक दिन ऐसा समझेगा। तू तां किसे दा बुलाया नहीं हो बोलना। तू तां किसे दा बुलाया नहीं हो बोलना।
ਕਿਸੇ ਦਾ ਬੁਲਾਇਆ ਨਹੀਂ ਓ ਬੋਲਣਾ ਕਿਸੇ ਦਾ ਬੁਲਾਇਆ ਨਹੀਂ ਓ ਬੋਲਣਾ ਤੂੰ ਤਾਂ ਕਿਸੇ ਦਾ ਬੁਲਾਇਆ ਨਹੀਂ ਓ ਬੋਲਣਾ ਕਿਸੇ ਦਾ ਬੁਲਾਇਆ ਨਹੀਂ ਓ ਬੋਲਣਾ ਤੂੰ ਤਾਂ ਕਿਸੇ ਦਾ ਬੁਲਾਇਆ ਨਹੀਂ ਓ ਬੋਲਣਾ ਤੂੰ ਤਾਂ ਕਿਸੇ ਦਾ ਜਗਾਇਆ ਨਹੀਂ ਓ ਜਾਗਣਾ ਬੁਲਾਇਆ ਨਹੀਂ ਓ ਬੋਲਣਾ ਇੱਕ ਦਿਨ ਐਸਾ ਸੌਂ ਜਾਏਗਾ ਤੂੰ ਤਾਂ ਕਿਸੇ ਦਾ ਬੁਲਾਇਆ ਨਹੀਂ ਓ ਬੋਲਣਾ ਇੱਕ ਦਿਨ ਐਸਾ ਸੌਂ ਜਾਏਗਾ ਕਿਸੇ ਦਾ ਬੁਲਾਇਆ ਨਹੀਂ ਓ ਬੋਲਣਾ ਇੱਕ ਦਿਨ ਐਸਾ ਸੌਂੇਗਾ ਕਿਸੇ ਦਾ ਬੁਲਾਇਆ ਨਹੀਂ ਓ ਬੋਲਣਾ ਇੱਕ ਦਿਨ ਐਸਾ ਸੌਂੇਗਾ ਕਿਸੇ ਦਾ ਬੁਲਾਇਆ ਨਹੀਂ ਓ ਬੋਲਣਾ ਇੱਕ ਦਿਨ ਐਸਾ ਸੌਂੇਗਾ ਕਿਸੇ ਦਾ ਬੁਲਾਇਆ ਨਹੀਂ ਓ ਬੋਲਣਾ ਇੱਕ ਦਿਨ ਐਸਾ ਸੌਂੇਗਾ ਦੀਨ ਦੁਨੀਆ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜੋਰਾ ਸਿੰਘ ਜੀ ਜਿਤਨੀ ਕੋ ਵਾਹਿਗੁਰੂ ਜੀ ਦੇ ਘਰੋਂ ਪ੍ਰਮਾਤਮਾ ਦੇ ਘਰੋਂ ਸਵਾਸਾਂ ਦੀ ਪੂੰਜੀ ਪ੍ਰਾਪਤ ਹੋਈ ਸੀ ਮਾਤਲੋਕ ਦੀ ਯਾਤਰਾ ਪੂਰੀ ਕਰਦੇ ਹੋਏ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪਿਛਲੇ ਦਿਨਾਂ ਦੇ ਵਿੱਚ ਆਪਣੇ ਬਹੁਤ ਵੱਡੇ ਪਰਿਵਾਰ ਚੀਮਾ ਪਰਿਵਾਰ ਔਰ ਰਤੀਆ ਸ਼ਹਿਰ ਨਿਵਾਸੀ ਸੰਗਤਾਂ ਰਿਸ਼ਤੇਦਾਰ ਸਕੇ ਸੰਬੰਧੀ ਧੀਆਂ ਪੁੱਤਰਾਂ ਨੂੰ ਸਰੀਰ ਕਰਕੇ ਸਦੀਵ ਕਾਲ ਦਾ ਵਿਛੋੜਾ ਦੇ ਗਏ। ਪਰਿਵਾਰ ਦੇ ਨਾਲ ਦੁੱਖ ਵੰਡਾਉਣ ਵਾਸਤੇ ਦੁੱਖਾਂ ਦੀ ਸਾਂਝ ਪਾਉਣ ਵਾਸਤੇ ਗੁਰੂ ਪਾਤਸ਼ਾਹ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਗੁਰਬਾਣੀ ਗੁਰਮਤਿ ਵਿਚਾਰਾਂ ਗੁਰ ਇਤਿਹਾਸ ਵਿਚਾਰਾਂ ਸਰਵਣ ਕਰਨ ਵਾਸਤੇ ਸਮੇਂ ਅਤੇ ਸਵਾਸਾਂ ਦੀ ਸਫਲਤਾ ਵਾਸਤੇ ਪਹੁੰਚੇ ਅਤੇ ਪਹੁੰਚ ਰਹੇ ਪਰਮ ਸਤਿਕਾਰਯੋਗ ਗੁਰਮੁਖ ਪਿਆਰੇ ਸਤ ਸੰਗੀ ਜਨੋ ਸਭ ਤੋਂ ਪਹਿਲਾਂ ਸਰਬੱਤ ਸੰਗਤ ਸ਼ਰਧਾ ਭਾਵਨਾ ਪ੍ਰੇਮ ਅਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪੜ੍ਹਿਆ ਹੈ ਤੂੰ ਤਾਂ ਕਿਸੇ ਦਾ ਜਗਾਇਆ ਨਹੀਂ ਹੋ ਜਾਗਣਾ ਇੱਕ ਦਿਨ ਐਸਾ ਸੌਂ ਜਾਏਗਾ। ਜਦੋਂ ਸਰੀਰ ਦੇ ਵਿੱਚ ਸਵਾਸ ਚੱਲਦੇ ਨੇ ਥੋੜ੍ਹਾ ਜਿਹਾ ਖੜਾਕ ਹੋ ਜਾਵੇ ਕਿਤੇ ਦਰਵਾਜ਼ਾ ਹੀ ਕੋਈ ਬੰਦਾ ਖੋਲ੍ਹਦਾ ਤਾਂ ਬੰਦਾ ਝੱਟ ਦੇਣੇ ਉੱਠ ਕੇ ਵੇਖਦਾ ਕੌਣ ਆ ਗਿਆ, ਦਰਵਾਜ਼ਾ ਕਿਹਨੇ ਖੋਲ੍ਹਿਆ। ਘੋਕ ਸੁੱਤਾ ਪਿਆ ਹੋਵੇ ਕਿਤੇ ਹੱਥ ਵਿੱਚੋਂ ਬਰਤਨ ਛੁੱਟ ਜਾਵੇ ਫਰਸ਼ 'ਤੇ ਡਿੱਗ ਜਾਵੇ ਤੇ ਬੰਦਾ ਤਰਬਕ ਕੇ ਉੱਠਦਾ ਇੱਕਦਮ ਵੀ ਇਹ ਖੜਾਕ ਕਿਸ ਗੱਲ ਦਾ ਹੋਇਆ। ਪਰ ਜਦੋਂ ਸਰੀਰ ਦੇ ਵਿੱਚੋਂ ਸਵਾਸਾਂ ਦੀ ਪੂੰਜੀ ਮੁੱਕ ਜਾਵੇ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤ ਪੁਕਾਰ ਆਦ ਘਰੀ ਕੋ ਨਹਿ ਰਾਖੈ ਘਰ ਤੇ ਦੇਤ ਨਿਕਾਰ। ਜਿਹੜੇ ਸੰਬੰਧੀ ਜਿਹੜੇ ਧੀਆਂ ਪੁੱਤਰ ਜਿਹੜੇ ਦੋਸਤ ਮਿੱਤਰ ਸਾਰੀ ਜ਼ਿੰਦਗੀ ਮੇਰਾ 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 ਆਪਾਂ ਕਰਦੇ ਹਾਂ ਨਾ ਉਸ ਵੇਲੇ ਬੇਵੱਸ ਹੋ ਕੇ ਆਪਣੇ ਹੀ ਮੋਢਿਆਂ 'ਤੇ ਚੁੱਕ ਕੇ ਆਪਣਿਆਂ ਨੂੰ ਤੁਰਨਾ ਪੈਂਦਾ। ਵਾਹਿਗੁਰੂ ਨੇ ਕੈਸੀਆਂ ਖੇਡਾਂ ਬਣਾਈਆਂ ਨੇ। ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ। ਇਸ ਗੱਲ ਨੂੰ ਕਹਿੰਦੇ ਕਿਸ ਤਰ੍ਹਾਂ ਦੇ ਨਾਲ ਵਿਖਿਆਨ ਕਰੀਏ, ਕਿਸ ਤਰ੍ਹਾਂ ਦੇ ਨਾਲ ਆਪਾਂ ਇਹਨੂੰ ਸਮਝ ਸਕਦੇ ਹਾਂ, ਕਿਸ ਤਰ੍ਹਾਂ ਵਾਹਿਗੁਰੂ ਜੀਵਾਂ ਨੂੰ ਸਾਜਦਾ ਹੈ, ਕਿਸ ਤਰ੍ਹਾਂ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਸ੍ਰਿਸ਼ਟੀ ਨੂੰ ਸਾਜਣ ਵਾਲਾ ਵਾਹਿਗੁਰੂ ਆਪ ਹੀ ਜਾਣਦਾ ਕਦੋਂ ਸੰਜੋਗ ਬਣਾ ਦਿੰਦਾ, ਕਦੋਂ ਵਿਛੋੜਾ ਲਿਖ ਦਿੰਦਾ, ਕਦੋਂ ਜਨਮ ਹੋ ਜਾਂਦਾ ਅਤੇ ਕਦੋਂ ਸੰਸਾਰ ਵਿੱਚ ਹੱਸਦਾ ਖੇਡਦਾ ਬੰਦਾ ਅਤੇ ਗੁਰਮੁਖੋ ਆਪਣੇ ਹੀ ਸੰਬੰਧੀਆਂ ਨੂੰ ਆਪਣਿਆਂ ਨੂੰ ਛੱਡ ਕੇ ਤੁਰਦਾ ਬਣਦਾ ਹੈ।
खैर जदों सवासां की पूंजी मुकदी है शरीर दे विचों, बड़े थां ते गुरबाणी दे विच तां सतगुरां ने इन्ने निर्णय कीते होए ने भी सारी खेड है जिहड़ी ना शरीर दी, वो सवासां दे नाल ही है। सवास इउं कह लो भी जिवें किसी गड्डी दा भज्जणा दौड़ना, भावें उहदे होर पार्ट बहुत हुंदे ने, पर उहदे च मेन वस्तु जिहड़ी हुंदी है ना गड्डी दे विच, वो तेल हुंदा है। ट्रैक्टर दे विच तेल है, बाकी पार्ट भी सत्कारयोग ने, पर जे उहनूं भजाउण वास्ते, उहनूं स्टार्ट करन वास्ते तेल जरूरी है। किते एक टायर का पटाका पै गया, पैंचर हो गया, 3 टायरां ते गड्डी चल जू। किते साध संगत गेयर की गरारी खराब हो गई, वो होर गेयर दे विच चल जू, पर जे ट्रैक्टर की टैंकी विच तेल नहीं है ना, वो नहीं चलता। उन्हें खड़ जाना, उन्हें आखना भाई पहला तेल पवा, मैं फिर चलना है। देखो बाबा जी ने कितना सोहना लिखिया, जब लग तेल दीवे मुख बाती, तब सूझे सब कोई, तेल जले बाती ठहरानी, सुन्ना मंदिर होई। तो जदों तेल ही जल गया, फिर तो अखां जिहड़ियां वेख रही ने ना, संसार नूं वेख रही ने, संसार का नज़ारा, संसार साजे का दृश्य वेख रही ने, फिर तो होणगियां तो यह शरीर के नाल ही लगियां। भावें जदों शरीर चों श्वास निकल गए ना, खुली होण, भावें अखां खुलियां रह जांदियां ने ना। बहुत डैड बॉडी जदों आपां वेखदे हां, कई बार अखां भी खुलियां रह जांदियां ने, होण भावें खुलियां, पर सूना मंदिर होई। जदों उहदे विचों तेल ही मुक गया श्वासां वाला, अखां खुलियां होणगियां, ना धी नूं वेखणा, ना भैण नूं वेखणा, ना घर वाली नूं वेखणा, ना पुੱਤ नूं वेखणा, फिर नहीं वेखदियां किसे नूं, क्योंकि तेल मुक गया। तो इन्हां बचनां नूं गुरबाणी दे विच सतगुरां ने बड़े कमाल दे नाल तरतीब बार ऐसा सुंदर लिखे है। दास तां कई बार बेनती करदा हुंदा है भी इत्थे ना कोई आपां नूं कई बारी संसार विच थोड़ी बहुती गांव गरज, किते बिपता दा समा, मुश्किल दा समा, कोई दोस्त मित्र हैल्प कर देवे थोड़ी बहुती, आपां फिर सारी जिंदगी आखदे हां भी ये बंदे दा देण नहीं आपां दे सकदे। आपां इहोई गल आखदे ना, अपने परिवार के मैंबरां नूं भी कह दिंदे आ भाई इस बंदे दा ख्याल रखिओ, इहने औखे समय अपने ते ना बहुत वड्डा दान पुण्य कीता, अपने नाल खड़िआ। तो गुरमुखो चंगी गल है, सोहनी गल है, किसी के एहसान नूं मनना। एहसानमंद व्यक्ति हमेशा ही जिहड़ा हुंदा साध संगतों चंगा नहीं हुंदा। अकिरत घण बेशुकरा बंदा किसी काम का नहीं हुंदा, वो चंगे मनुखां की गिणती विच नहीं आउंदा हुंदा। सो जिहड़े एहसान नूं किसी नूं समझदे ने, किसी के परोपकार नूं समझदे ने, वो चंगे लोग ने, चंगे मनुख ने। तो उत्थे सतगुरां ने अपने उपर किड्डे वड्डे एहसान कीते। कदे गुरबाणी नूं जदों असीं विचारांगे ना, हुण अज तां गुरु नालों टुट के बंदा कहंदा, वो कहंदा कोई दरगाह नहीं हुंदी, कोई जमदूत नहीं हुंदा, कुछ नहीं हुंदा, फलाणा नहीं हुंदा। पर धन श्री गुरु ग्रंथ साहिब महाराज की बाणी विच जदों असीं आत्मा करके सुरत करके इशनान करांगे ना, धन श्री गुरु ग्रंथ साहिब जी कहंदे तेरे जन्म तो पहलां दीयां गल्लां तैनूं दस रहे हां, साडे जन्म तो पहलां दीयां गल्लां दस रहे ने। हुण वेखो गुरु नालों टुट के बंदा कदों मंनदा, इहनूं तां इउं लगदा मैं तां इसे वारी जम्मिआ, पहलां तां शायद कुछ होई ही नहीं। सतगुर जी किड्डा बचन साडी झोली पाउंदे, कहंदे कई जन्म भाए कीट पतंगा। ये साडे जन्म तो पहलां दी तां गल दस रहे ने, कई जन्मां दी गल दस रहे ने। कई जन्म गज मीन कुरंगा, गज मैने हाथी, मीन मच्छी, कुरंगा मिरग हिरन, आ बन के कहंदे तूं आए। तो वो सारे बचन महाराज जन्मां दे पूरबले कर्मां दे, पूरब कर्म अंकुर जब प्रगटे भेटिओ पुरख रसक बैरागी। पूरबले जन्मां दी महाराज वो साडी झोली बचन पा रहे ने। सो कहण तो भाव जिहड़ा गुरबाणी दा गुरु साहब दा शुकराना है ना, महाराज जी कहंदे सच्चे पातशाह जिन्हां दी अख खुल गई, कहंदे लखां जीभां दे पातशाह, लखां लाख जेबा देहो मेरे प्यारे। लखां जीभां करके भी कहंदे तेरे गुण गाउणे, कहंदे असीं पूरे नहीं गा सकते, आपां तां एक नाल भी नहीं गाउण नूं तैयार होए ना। लखां जीभां दे पातशाह, तां कि असीं उन्हां सारियां जीभां दे नाल तुहाडा शुकराना करिए जिन्हां दी अख खुल गई। वो नहीं सौं सकदे गुरमुखो, वो तां फिर बिरहों भुयंगम मन वसै, मंत ना मानै कोय। राम वियोगी ना जीए ਤਾਂ ਬੌਰਾ ਹੋਏ। ਉਹਦੀ ਫਿਰ ਦੁਨੀਆ ਵਾਲੇ ਪਾਸਿਓਂ ਪਕੜ ਟੁੱਟ ਜਾਂਦੀ ਹੈ, ਉਹ ਨਿਰਲੇਪ ਅਵਸਥਾ ਵਿੱਚ ਚਲਿਆ ਜਾਂਦਾ ਹੈ। ਉੱਥੇ ਤਾਂ ਸਾਧ ਸੰਗਤ ਸਤਿਗੁਰਾਂ ਦੀ ਬਾਣੀ ਨੇ ਉਹਨਾਂ ਰੱਬ ਦੇ ਪਿਆਰਿਆਂ ਭਗਤਾਂ ਵਾਸਤੇ ਜਿਹੜੀ ਅਵਸਥਾ ਦਾ ਨਾਮ ਹੁੰਦਾ ਹੈ ਭਗਤ,
ਅਵਸਥਾ ਇਉਂ ਲਿਖਿਆ ਉਹਨਾਂ ਦੀ ਬਾਬਤ, ਨਾ ਜੀਵੇ ਭਾਈ ਰਾਮ ਦਾ ਬਿਯੋਗੀ, ਨਾ ਜੀਵੇ ਰਾਮ ਦਾ ਬਿਯੋਗੀ, ਨਾ ਜੀਵੇ ਭਾਈ 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 ਰਾਮ ਦਾ ਬਿਯੋਗੀ। ਉਹ ਨਾ ਜੀਵੇ ਕਦੇ ਰਾਮ ਦਾ ਬਿਯੋਗੀ, ਨਾ ਜੀਵੇ ਰਾਮ ਦਾ ਬਿਯੋਗੀ, ਨਾ ਜੀਵੇ ਕਦੇ ਰਾਮ ਦਾ ਬਿਯੋਗੀ, ਨਾ ਜੀਵੇ ਭਾਈ ਰਾਮ ਦਾ ਬਿਯੋਗੀ, ਨਾ ਜੀਵੇ ਭਾਈ ਰਾਮ ਦਾ ਬਿਯੋਗੀ, ਨਾ ਜੀਵੇ ਕਦੇ ਰਾਮ ਦਾ ਬਿਯੋਗੀ। ਇਉਂ ਜਦੋਂ ਵਿਛੋੜੇ ਦਾ ਪਤਾ ਲੱਗ ਜਾਵੇ ਨਾ, ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓਦ, ਬਾਝ ਪਿਆਰੇ ਆਪਣੇ ਬਿਰਹੀ ਨਾ ਤੀਰੋਦ। ਵੇਖੋ ਜਦੋਂ ਸੰਸਾਰੀ ਵਿਚਾਰ ਕਰਾਂਗੇ, ਹੁਣ ਅੱਜ ਆਪਣਾ ਸੰਬੰਧੀ ਵਿਛੜ ਗਿਆ, ਕਿਤੇ ਗਈ ਨੀਂਦ, ਕਿਤੇ ਗਈ ਭੁੱਖ, ਕਿਤੇ ਗਈ ਖੁਸ਼ੀ, ਵਿਛੋੜਾ ਹੋ ਗਿਆ ਨਾ। ਪਰ ਜਦੋਂ ਸੁਰਤ ਨੂੰ ਪਤਾ ਚੱਲ ਜਾਵੇ ਨਾ ਵੀ ਜਨਮਾਂ ਦਾ ਵਿਛੋੜਾ, ਕਿਰਤ ਕਰਮ ਕੇ ਵਿਛੜੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਾਹ ਦਿਸ ਭਰਾਮੇ, ਥੱਕ ਆਏ ਪ੍ਰਭ ਕੀ ਸ਼ਾਮ। ਜਦੋਂ ਉਹ ਪਤਾ ਚੱਲ ਜਾਵੇ ਨਾ, ਫਿਰ ਭਗਤਾਂ ਨੇ ਰਸਨਾ ਤੋਂ ਉਚਾਰਿਆ, ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਫਿਰ ਭਗਤਾਂ ਨੇ ਉਚਾਰਿਆ, ਜਦੋਂ ਉਹ ਵਿਛੋੜੇ ਦੀ ਪੀੜ ਨੂੰ ਸਮਝਿਆ, ਜਦੋਂ ਸੁਰਤ ਨੇ ਉੱਥੇ ਇਸ਼ਨਾਨ ਕੀਤਾ, ਆਤਮਾ ਨੇ ਉੱਥੇ ਇਸ਼ਨਾਨ ਕੀਤਾ ਨਾ, ਫਿਰ ਜਾ ਕੇ ਪਤਾ ਚੱਲਦਾ। ਉਹ ਤੋਂ ਪਹਿਲਾਂ ਫਿਰ ਜਦੋਂ ਆਪਾਂ ਪੜ੍ਹਾਂਗੇ ਨਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਉਹ ਬਿਰਹੋਂ, ਉਹ ਵਿਛੋੜੇ ਦੀ ਪੀੜ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੈਤੁਤ ਭਗਵੰਤਾ। ਇੱਕ ਘੜੀ, ਹੁਣ ਇੱਕ ਘੜੀ ਨਾ ਮਿਲੇ, ਗੁਰੂ ਦਾ ਮਿਲਾਪ ਨਹੀਂ ਹੋਇਆ, ਸੁਰਤ ਟੁੱਟ ਗਈ ਗੁਰੂ ਨਾਲੋਂ, ਕਿਤੇ ਭਾਵੇਂ ਬਾਹਰੀ ਦਰਸ਼ਨ ਕਹਿ ਲਓ, ਭਾਵੇਂ ਅੰਤਰੀ ਦਰਸ਼ਨ ਕਹਿ ਲਓ, ਦੋਨਾਂ ਨਹੀਂ ਤਾਰ ਦੇਣਾ, ਦੋਨਾਂ ਨਹੀਂ ਤਾਰ ਦੇਣਾ ਜਦੋਂ ਭਾਵਨਾ ਬਣ ਜਾਵੇ, ਕਿਉਂਕਿ ਭਾਵਨਾ ਦਾ ਮਾਰਗ ਹੈ। ਤਾਂ ਫਿਰ ਉੱਥੇ ਜਦੋਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਇੱਕ ਘੜੀ ਦਾ ਵਿਛੋੜਾ ਮਾਨੋ ਕਲਯੁਗ ਹੋ ਗਿਆ। ਤੇ ਹੁਣ ਜਿਹੜੇ ਆਪਾਂ 70 ਸਾਲ ਦੇ ਹੋਏ ਬੈਠੇ ਆ, ਘੜੀਆਂ ਦੀ ਗੱਲ ਛੱਡੋ, ਇੱਥੇ ਸਾਲਾਂ ਦੇ ਸਾਲ ਲੰਘ ਗਏ, ਵਿਚਾਰ ਕਰੀਏ, ਫਿਰ ਜਾ ਕੇ ਪਤਾ ਚੱਲਦਾ ਨਹੀਂ ਸਾਧ ਸੰਗਤ ਉਵੇਂ ਹੀ ਜੀਵਨ ਲੰਘ ਜਾਂਦਾ, ਬੰਦਾ ਆਪਣੀ ਬਾਜੀ ਹਾਰ ਕੇ ਤੁਰਦਾ ਬਣਦਾ ਹੈ। ਸੋ ਆਪਾਂ ਜੋ ਪੜ੍ਹਿਆ ਹੁਣ ਉਹਦੇ ਤੇ ਆਈਏ ਆਪਾਂ। ਜਿਤਨਾ ਚਿਰ ਸਵਾਸ ਸਰੀਰ ਦੇ ਵਿੱਚ ਨੇ ਤਾਂ ਇਹਨੂੰ ਜਗਾਉਂਦੇ ਆ, ਇਹ ਜਾਗ ਵੀ ਪੈਂਦਾ, ਇਹਨੂੰ ਕੁਝ ਆਖਦੇ ਆ ਤਾਂ ਇਹ ਸੁਣ ਵੀ ਲੈਂਦਾ ਕੰਨਾਂ ਦੇ ਨਾਲ, ਤੇ ਜੇ ਅੱਗੋਂ ਵੇਖਣ ਨੂੰ ਕਹਿੰਦੇ ਆ ਇਹ ਵੇਖ ਵੀ ਲੈਂਦਾ ਅੱਖਾਂ ਦੇ ਨਾਲ, ਤੁਰਨ ਨੂੰ ਆਖਦੇ ਆ ਇਹ ਪੈਰਾਂ ਨਾਲ ਤੁਰ ਵੀ ਪੈਂਦਾ। ਪਰ ਇੱਕ ਉਹ ਸਮਾਂ ਆਉਂਦਾ ਹੈ ਜੋ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਲਿਖਿਆ ਹੈ, ਕਬੀਰ ਸੂਤਾ ਕਿਆ ਕਰਹਿ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋੜ ਪਸਾਰ। ਇੱਕ ਹੈ ਸਰੀਰ ਦਾ ਸੌਣਾ, ਇੱਕ ਹੈ ਸੁਰਤ ਦਾ ਸੌਣਾ। ਲੋੜ ਤੋਂ ਜ਼ਿਆਦਾ ਸਰੀਰ ਕਰਕੇ ਸੌਣਾ, ਉਹ ਵੀ ਬਿਮਾਰੀਆਂ ਨੂੰ ਸੱਦਾ ਦਿੰਦਾ ਤੇ ਬੰਦਾ ਸਮਾਜਿਕ ਤੌਰ 'ਤੇ ਬਹੁਤ ਪਿੱਛੇ ਰਹਿ ਜਾਂਦਾ। ਆਲਸੀ ਮਨੁੱਖ ਕਦੇ ਵੀ ਸਮਾਜ ਵਿੱਚ ਤਰੱਕੀ ਨਹੀਂ ਕਰ ਸਕਦਾ। ਸਰੀਰ ਦਾ ਸੌਣਾ ਵੀ ਲਿਮਟ ਦੇ ਅਨੁਸਾਰ ਹੈ, ਉਮਰ ਦੇ ਅਨੁਸਾਰ ਹੈ। ਬੱਚੇ ਨੂੰ ਸਰੀਰ ਕਰਕੇ ਜ਼ਿਆਦਾ ਨੀਂਦ ਚਾਹੀਦੀ ਹੈ, ਨੌਜਵਾਨ ਨੂੰ ਸਰੀਰ ਦੀ ਨੀਂਦ ਹੈ ਜਿਹੜੀ ਉਹ ਜ਼ਿਆਦਾ ਤੋਂ ਜ਼ਿਆਦਾ 8 ਘੰਟੇ ਡਾਕਟਰ ਲੋਕ ਦੱਸਦੇ ਨੇ ਵੀ 8 ਘੰਟੇ ਨੀਂਦ ਸਰੀਰ ਲੈ ਲਵੇ, ਇਹ ਦੁਨੀਆ ਭਰ ਦਾ ਕੰਮ ਕਰੀ ਜਾਵੇ, ਇਹਨੂੰ ਨੀਂਦ ਦੇ ਕਾਰਨ ਕੋਈ ਰੋਗ ਨਹੀਂ ਲੱਗੇਗਾ ਵੀ ਇਹਨੇ ਨੀਂਦ ਥੋੜ੍ਹੀ ਲਈ, ਨਹੀਂ 8 ਘੰਟੇ ਨੀਂਦ ਬਹੁਤ ਜ਼ਿਆਦਾ ਹੁੰਦੀ ਹੈ। ਬੱਚੇ ਦੀ ਨੀਂਦ ਹੈ ਜਿਹੜੀ ਉਹ 10 ਘੰਟੇ 12 ਘੰਟੇ ਆਪਣੇ ਨਾਲੋਂ ਜ਼ਿਆਦਾ ਹੁੰਦੀ ਹੈ, ਅਤੇ ਬਜ਼ੁਰਗ ਦੀ ਨੀਂਦ ਹੈ ਜਿਹੜੀ ਉਹ ਹੋਰ ਵੀ ਜ਼ਿਆਦਾ ਘਟ ਜਾਂਦੀ ਹੈ, 5-7 ਘੰਟੇ 7 ਘੰਟੇ ਲਾ ਲਓ। ਇਸ ਤਰ੍ਹਾਂ ਸਰੀਰ ਦੀ ਨੀਂਦ ਹੈ। ਇੱਕ ਤਾਂ ਸਰੀਰ ਦੀ ਨੀਂਦ ਥੋੜ੍ਹੀ ਬਹੁਤੀ ਘੱਟ ਹੋ ਜਾਵੇ, ਵੱਧ ਹੋ ਜਾਵੇ, ਚੱਲ ਜਾਂਦਾ ਹੈ,
ਓਨੀ ਭਿਆਨਕ नहीं है। पर किते बंदा सुरत करके सुता रहे, इहदी सुरत ना जागे, ये आत्मा करके ना जागे, ये शरीर की नींद नालों किते ज़्यादा भयानक है। क्योंकि जे ये सुरत करके सुता रहा, इहदा कदे भी गुरु नाल मिलाप नहीं होवेगा। जे इहदा गुरु दे नाल मिलाप नहीं है तां फिर ये शरीर की किते गुरबाणी विच गुरमत विच वैल्यू नहीं है, प्रमाण नहीं होया है किते भी। इस करके जिथे असी शरीर करके सावधान रहना, उत्थे असी सुरत करके भी सावधान रहना है। तो हुण अगला बचन, कबीर सूता क्या करहें, बैठा रहो अर जाग, जाके संग ते विछरा, ताही के संग लाग। विछोड़े की गल कर रहे हैं। कहते जिथों सुरत का आत्मा का विछोड़ा होया है, आत्मा परमात्मा गुरु शब्द के द्वारा इहदा मिलाप होना है। उत्थे वो जहाज़ ते कदों चढ़ेगा, वाहिगुरू नाम जहाज़ है, चढ़े सो उतरे पार, कला कहण मात्र है जां मनण विच भी आवेगी गल। हुण आपां अरदास तो बाद रोज़ाना पढ़ते हैं, वाहिगुरू नाम जहाज़ है, तो आपां बोलते भी वधिया सोहना, पिछे सारी संगत बोलती है, पर हुण उत्ते चढ़े कौन? चढ़ना भी तो फिर अपना ही फर्ज है ना। हुण आपां बाहरली कंट्री जाने आ, जदों बाहरली कंट्री जाने आ टिकट कटा लैने आ, एयरपोर्ट ते चले गए, कदे मिस कीता भी चलो कोई नहीं जहाज़ उड़दा उड़ जाण दे, नहीं उत्थे तो एक सेकंड भी असी अणगहली नहीं वरत सकते, क्योंकि उधर लखां रुपये साडे हत्थां विचों दी लग चुके ने, सानूं दिसदे ने भी जे किते जहाज़ मिस हो गया तां फिर तेरे लखां रुपये बेकार जाणगे, लखां रुपये बेकार जाणगे। इन्हें जहाज़ ते चढ़ना ही चढ़ना है। इधर सुरत करके सुता, इनू पता ही नहीं लगता भी जिहड़ा लखां रुपइयां दी गल छड्डो, हीरे लालां तो अमोलक सुआस ने साध संगत, वो इहदे व्यर्थ जा रहे हैं, अजाई जा रहे हैं, बेकार जा रहे हैं। इस करके वाहिगुरू रूपी जहाज़ है जिहड़ा शब्द रूपी, उते सुरत नूं सवार करन तो असमर्थ है, परे रहिंदा है, मुकरदा रहिंदा है, लुकदा रहिंदा है। सच जाणो, बंदा होर किसी गल तो नहीं डरदा, किसी गल तो नहीं घबराउंदा, दुनिया के काम बड़े शौक नाल करदा। इक्को ही गल तो असी वेख रहे हैं, इस चीज़ नूं हर एक बंदा लुकदा है भी सानू किते बाबा जी जां गुरु का प्यारा कोई संगी ये ना कह दे भी भाई साहब अमृत छक लो, बस जिहो जिहा अमृत छकण नूं आख दिता, जिहो जी दुनिया की सब तो भयानक गल आख दित्ती। इक्को ही गल है, असी अमृत नूं भार मन के बैठ के भी शायद ये साडे नाल धक्का हो रहा है। नहीं, जे सानू तारना है तो अमृत ने ही तारना है। शराबां दीयां बोतलां ते दुनिया भर दे नशे गंदे कामां ने तो सानू डोबना है। ये सानू समझना पवेगा, विचारना पवेगा। बहुत बार दास मेरे जदों चेते आ जे बेनती करदा हुंदा भी गुरु नानक देव साहब जी ने सियालकोट भाई मूले खत्तरी की एग्जाम्पल दे के सानू दसता। वो कोई ये नहीं हैगा भी वो प्रमाण है जां कोई वो गल सच नहीं है, वो बिल्कुल प्योर सच है भी मूला खत्तरी गुरु नानक देव साहब जी तो बेमुख होया, मुख मोड़िया। तो फिर अपने सामने ये नहीं हैगा भी ये तो द्वापर युग का जां तां सतयुग का इतिहास है, पता नहीं होया पता नहीं ना होया, जो होया तो फिर उन्होंने टेढ़ियां जूनां भोगणियां नहीं पईयां, भोगणियां पईयां। 10वें पातशाह महाराज जी जाके सचखंड हजूर साहब बख्शदे ने, फिर खरगोश की जून विच पिया होया। अज जाके दर्शन करो गुरुद्वारा शिकार घाट साहब दे। जे मूला खत्तरी एडी वड्डी गलती करके इन्ने दुख भोगदा, टेढ़ियां मेढ़ियां जूनां ते अज गुरु ग्रंथ साहब जी गुरु नानक देव साहब जी प्रतख जोत ने, प्रगट गुरां की देह है। तो अज सानू किते आपां मूले खत्तरी वाला काम तो नहीं कर रहे भी धन गुरु ग्रंथ साहब जी थोड़े बहुते काम धंधे ने साडे परिवार दे होर बच्चों दे कर लीए फिर वेखांगे, अजे तुहाडे तो की लैना है। पर सतगुरु महाराज जी कृपा करते ने, इउं कृपा करते ने महाराज सच्चे पातशाह साडे ते बख्शिशां करते ने। वो जन्मां जन्मां दे बजोग लग जांदे ने, बेमुख हो के गुरां तो जन्मां जन्मां दे बजोग लग जांदे ने, बेमुख हो के गुरां तो जन्मां जन्मां दे बजोग लग जांदे ने, बेमुख हो के गुरां तो जन्मां जन्मां दे बजोग लग जांदे ने, बेमुख हो के गुरां तो जन्मां जन्मां दे बजोग लग जांदे ने, बेमुख हो के गुरां तो जन्म
ਜਨਮਾਂ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ ਬੇਮੁਖ ਹੋ ਕੇ ਗੁਰਾਂ ਤੋਂ ਜਨਮਾਂ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ ਵਿਜੋਗ ਲੱਗ ਬੇਮੁਖ ਹੋ ਕੇ ਗੁਰਾਂ ਤੋਂ ਜਨਮਾਂ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ ਬੇਮੁਖ ਹੋ ਕੇ ਗੁਰਾਂ ਤੋਂ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ ਬੇਮੁਖ ਹੋ ਕੇ ਗੁਰਾਂ ਤੋਂ ਉਹ ਜਨਮਾਂ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ ਬੇਮੁਖ ਹੋ ਕੇ ਗੁਰਾਂ ਤੋਂ ਜਨਮਾਂ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ ਬੇਮੁਖ ਹੋ ਕੇ ਗੁਰਾਂ ਤੋਂ ਜਨਮਾਂ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ ਬੇਮੁਖ ਹੋ ਕੇ ਗੁਰਾਂ ਤੋਂ। ਉੱਥੇ ਸਤਿਗੁਰਾਂ ਨੇ ਕੀ ਬਚਨ ਲਿਖੇ ਨੇ? ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਪੜ੍ਹ ਲਓ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਬਾਣੀ ਪੜ੍ਹ ਲਓ। ਕੀ ਲਿਖਿਆ ਸਤਿਗੁਰਾਂ ਨੇ? ਗੁਰੂ ਅਮਰਦਾਸ ਮਹਾਰਾਜ ਜੀ ਦੀ ਪੂਰੀ ਪੌੜੀ ਹੈ, ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਉਧਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ 12 ਮਾਹ ਦੇ ਵਿੱਚ ਕੀ ਲਿਖ ਰਹੇ ਨੇ? ਮਹਾਰਾਜ ਜੀ ਕਹਿੰਦੇ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਦੋਂ ਇਹ ਪਰਮੇਸ਼ਰ ਨੂੰ ਭੁੱਲਦਾ ਹੈ ਨਾ, ਜਦੋਂ ਸੁਰਤ ਕਰਕੇ ਸੌਂ ਜਾਂਦਾ ਹੈ, ਆਤਮਾ ਸੁੱਤੀ ਹੈ, ਮਨ ਦੇ ਪਿੱਛੇ ਲੱਗਿਆ, ਮਨ ਮੱਤੀਆ ਹੋ ਗਿਆ, ਮਨ ਮੁੱਖ ਬਣ ਗਿਆ, ਗੁਰੂ ਦੀ ਮੱਤ ਦਾ ਤਿਆਗ ਕਰ ਬੈਠਿਆ ਵੀ ਸ਼ਾਇਦ ਇਸ ਘਰ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ, ਬਹੁਤਾ ਜ਼ਿਆਦਾ ਮੱਥਾ ਟੇਕਣ ਤੱਕ ਸੀਮਿਤ ਰਹਿ ਗਿਆ। ਕੱਲਾ ਫੌਜੀ ਦੀ ਵਰਦੀ ਪਾਇਆ ਕੋਈ ਫੌਜੀ ਨਹੀਂ ਬਣ ਜਾਂਦਾ ਗੁਰਮੁਖੋ, ਕੱਲਾ ਪੁਲਿਸ ਦੀ ਵਰਦੀ ਪਾਇਆ ਕੋਈ ਪੁਲਿਸ ਵਾਲਾ ਨਹੀਂ ਬਣ ਜਾਂਦਾ, ਕੱਲਾ ਕਿਸੇ ਸਕੂਲ ਕਾਲਜ ਦੀ ਵਰਦੀ ਪਾ ਕੇ ਕੋਈ ਸਟੂਡੈਂਟ ਨਹੀਂ ਬਣ ਜਾਂਦਾ। ਸਕੂਲ ਕਾਲਜ ਦੀ ਜੇ ਵਰਦੀ ਪਾਈ ਹੈ ਤਾਂ ਉਹ ਐਜੂਕੇਸ਼ਨ ਵੀ ਸਾਨੂੰ ਪੜ੍ਹਨੀ ਪਵੇਗੀ। ਇਸੇ ਤਰ੍ਹਾਂ ਜੇ ਅਸੀਂ ਪੁਲਿਸ ਦੀ ਵਰਦੀ ਪਾਈ ਹੈ ਤਾਂ ਸਾਡੇ ਕੋਲੋਂ ਕਾਗਜ਼ ਵੀ ਹੋਣੇ ਜ਼ਰੂਰੀ ਨੇ ਅਤੇ ਉਹ ਸਾਡੀ ਟ੍ਰੇਨਿੰਗ ਵੀ ਹੋਣੀ ਜ਼ਰੂਰੀ ਹੈ। ਅਤੇ ਇਸ ਕਰਕੇ ਇਹ ਚੀਜ਼ਾਂ ਜੇ ਅਸੀਂ ਗੁਰੂ ਦੇ ਬਣੇ ਹਾਂ ਜਾਂ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਉੱਥੇ ਸਾਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਵੀ ਸਾਨੂੰ ਉਹ ਪ੍ਰੈਕਟੀਕਲ ਕਮਾਉਣਾ ਪੈਣਾ। ਇੱਕ ਹੁੰਦਾ ਮੰਨਣਾ, ਇੱਕ ਹੁੰਦਾ ਕਮਾਉਣਾ। ਮੰਨਣਾ ਬਹੁਤ, ਮੰਨੇ ਦੀਆਂ 4 ਪੌੜੀਆਂ ਨੇ। ਕੱਲਾ ਮੰਨਣ 'ਤੇ ਵੀ ਗੱਲ ਨਹੀਂ ਬਣਦੀ। ਮੰਨ ਲਓ ਉਦਾਹਰਣ ਦੇ ਤੌਰ 'ਤੇ ਇੱਕ ਪਿਤਾ ਆਪਣੇ ਬੱਚੇ ਨੂੰ ਆਖ ਰਿਹਾ, ਬੇਟਾ ਆ ਆਪਣਾ ਟਰੈਕਟਰ ਖੜ੍ਹਾ ਹੈ। ਉਹ ਕਹਿੰਦਾ ਬਾਪੂ ਜੀ ਠੀਕ ਹੈ। ਕਹਿੰਦੇ ਤੂੰ ਇਉਂ ਕਰ, ਅੱਜ ਮੈਂ ਚੱਲਿਆ ਕਿਤੇ ਬਾਹਰ ਅਤੇ ਤੂੰ ਟਰੈਕਟਰ ਲਿਜਾ ਕੇ ਆਪਣਾ ਫਲਾਣਾ ਖੇਤ ਉਹ ਵੱਤ ਆਇਆ ਪਿਆ ਅਤੇ ਤੂੰ ਟਰੈਕਟਰ ਲਿਜਾ ਕੇ ਉਹ ਸਾਰਾ ਖੇਤ ਵਾਹ ਦੇ, ਕੱਲ੍ਹ ਨੂੰ ਬੀਜਣ 'ਤੇ ਤਿਆਰ ਕਰ ਦੇ। ਬਾਪੂ ਜੀ ਕਹਿ ਰਹੇ ਨੇ, ਬੇਟਾ ਸੁਣ ਰਿਹਾ। ਬੇਟੇ ਨੇ ਆਖ ਦਿੱਤਾ ਬਾਪੂ ਜੀ ਤੁਸੀਂ ਚਲੇ ਜਾਓ, ਬੇਫਿਕਰ ਹੋ ਜਾਓ ਅਤੇ ਮੈਂ ਆਪਣਾ ਖੇਤ ਤਿਆਰ ਕਰ ਦੇਵਾਂਗਾ। ਹੁਣ ਵੇਖੋ ਗੱਲ ਦੀ ਕਹਾਣੀ ਗੁੰਝਲਦਾਰ ਹੈ। ਬਾਪੂ ਜੀ ਨੇ ਕਹਿ ਦਿੱਤਾ, ਬੇਟੇ ਨੇ ਸੁਣ ਲਿਆ ਅਤੇ ਬਾਪੂ ਜੀ ਨੂੰ ਵੀ ਜਵਾਬ ਵਿੱਚ ਕਹਿ ਦਿੱਤਾ ਵੀ ਮੈਂ ਵਾਹ ਆਵਾਂਗਾ। ਠੀਕ ਹੈ, ਮੰਨ ਲਿਆ। ਪਰ ਹੁਣ ਆਪ ਜੀ ਦੱਸੋ ਵੀ ਬਾਪੂ ਜੀ ਤਾਂ ਬਾਹਰ ਚਲੇ ਗਏ ਅਤੇ ਕੀ ਇੰਨਾ ਕਹਿਣ 'ਤੇ ਖੇਤ ਵਾਹਿਆ ਗਿਆ? ਨਹੀਂ। ਬਾਪੂ ਨੇ ਆਖ ਦਿੱਤਾ, ਬੱਚੇ ਨੇ ਮੰਨ ਲਿਆ ਅਤੇ ਹੁਣ ਇਹ ਤੋਂ ਅਗਲੀ ਸਟੇਜ ਹੈ ਕਮਾਉਣ ਦੀ। ਹੁਣ ਬੱਚੇ ਨੂੰ ਟਰੈਕਟਰ ਖੇਤ ਲਿਜਾਣਾ ਪਵੇਗਾ ਜੋ ਬਾਪੂ ਨੇ ਕਿਹਾ, ਫੇਰ ਜਾ ਕੇ ਜ਼ਮੀਨ ਵਾਹੀ ਜਾਣੀ ਹੈ, ਫੇਰ ਜਾ ਕੇ ਜ਼ਮੀਨ ਤਿਆਰ ਹੋਣੀ ਹੈ। ਇਸੇ ਤਰ੍ਹਾਂ ਗੁਰੂ ਦਾ ਉਪਦੇਸ਼ ਇੱਕ ਕਹਿਣਾ, ਇੱਕ ਸੁਣਨਾ, ਇੱਕ ਮੰਨਣਾ ਅਤੇ ਉਹ ਤੋਂ ਬਾਅਦ ਕਮਾਉਣਾ। ਜੇ ਸਤਿਗੁਰੂ ਜੀ ਆਖਦੇ ਨੇ ਸਿੱਖਾ ਨਿਤਨੇਮ ਕਰ, ਸੁਣ ਲਿਆ ਠੀਕ ਹੈ ਜੀ ਮੈਂ ਕਰਿਆ ਕਰਾਂਗਾ, ਪਰ ਉੱਠਦਾ ਹੈ ਨਹੀਂ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚੌਂਕੜਾ ਲਾ ਕੇ ਗੁਰੂ ਪਿਆਰ ਵਿੱਚ ਭਿੱਜੀ ਉਹ ਨਹੀਂ ਕਦੇ ਰੂਹ, ਗੁਰੂ ਪਿਆਰ ਵਿੱਚ ਕਦੇ ਗੋਤਾ ਲਾਇਆ ਨਹੀਂ। ਖੁਸ਼ਕ ਸੱਚ ਜਾਣੋ, ਮਹਾਰਾਜ ਨੇ ਉਹ ਬਚਨ ਐਵੇਂ ਨਹੀਂ ਲਿਖੇ, ਐਸਾ ਜਗ ਦੇਖਿਆ ਜੁਆਰੀ ਸਭ ਸੁੱਖ ਮੰਗ ਹੈ ਨਾਮ ਵਿਸਾਰੀ। ਅਸੀਂ ਵਾਹਿਗੁਰੂ ਨੂੰ ਭੁੱਲ ਕੇ ਨਾ ਕਿਤੇ ਖੁਸ਼ਕ ਜੀਵਨ ਲਈ ਫਿਰਦੇ ਹਾਂ। ਜਦੋਂ ਉਹ ਰੰਗ ਚੜ੍ਹ ਜਾਣਾ ਹੈ ਨਾ, ਉਹ ਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇੰਨੇ ਸੋਹਣੇ ਬਚਨ ਲਿਖੇ ਨੇ, ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਕਹਿੰਦੇ ਹਰਾ ਭਰਾ, ਹਰਾ ਭਰਾ। ਉੱਥੇ ਚਿੰਤਾ ਨਹੀਂ, ਉੱਥੇ ਸੋਗ ਨਹੀਂ, ਉੱਥੇ ਵਿਯੋਗ ਨਹੀਂ, ਉੱਥੇ ਤਾਂ ਆਨੰਦ ਭਇਆ ਮੇਰੀ ਮਾਏ ਹੈ। ਉਹ ਅਵਸਥਾ ਹੈ ਗੁਰਸਿੱਖ ਦੀ।
ਸੋ ਤਾਂ ਬਖਸ਼ਿਸ਼ ਹੋਣੀ ਹੈ ਜਦੋਂ ਅਸੀਂ ਮੰਨਾਂਗੇ। ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲੇ ਆ। ਜਦੋਂ ਇਹ ਪਰਮੇਸ਼ਰ ਨੂੰ ਭੁੱਲਦਾ ਨਾ, ਵਾਹਿਗੁਰੂ ਨਾਲੋਂ ਪ੍ਰੀਤ ਟੁੱਟਦੀ ਹੈ, ਫਿਰ ਸਾਡਾ ਜੀਵਨ ਹੈ ਜਿਹੜਾ ਨਾ ਮਨ ਦੇ ਪਿੱਛੇ ਚੱਲਦਾ ਹੈ। ਮਨ ਦੇ ਪਿੱਛੇ ਚੱਲ ਕੇ ਫਿਰ ਬੰਦਾ ਉਹ ਖੂਹ ਪੱਟਦਾ ਹੈ, ਉਹ ਖਾਤੇ ਪੱਟਦਾ ਹੈ ਜਿਹੜੇ ਗੁਰੂ ਨੂੰ ਭਾਉਂਦੇ ਨਹੀਂ ਹਨ, ਗੁਰੂ ਦਾ ਹੁਕਮ ਨਹੀਂ ਹੈ। ਮਨ ਦੇ ਪਿੱਛੇ ਲੱਗ ਕੇ ਬੁਰੀਆਂ ਆਦਤਾਂ ਪੈ ਜਾਂਦੇ ਨੇ। ਖਾਣਾ ਸ਼ੁੱਧ ਨਹੀਂ ਰਹਿੰਦਾ, ਤੱਕਣਾ ਸ਼ੁੱਧ ਨਹੀਂ ਰਹਿੰਦਾ, ਸੁਣਨਾ ਸ਼ੁੱਧ ਨਹੀਂ ਰਹਿੰਦਾ, ਬੋਲਣਾ ਸ਼ੁੱਧ ਨਹੀਂ ਰਹਿੰਦਾ, ਪੈਰਾਂ ਨਾਲ ਚੱਲ ਕੇ ਜਾਣਾ ਸ਼ੁੱਧ ਨਹੀਂ ਰਹਿੰਦਾ। ਅਤੇ ਗੁਰਮੁਖੋ ਫਿਰ ਉਹ ਸਾਰਾ ਅਸ਼ੁੱਧ ਹੋ ਜਾਂਦਾ। ਅਸ਼ੁੱਧ ਕਹਿ ਲਓ, ਗਲਤ ਕਹਿ ਲਓ, ਅਤੇ ਫਿਰ ਉਹ ਸਾਡਾ ਕਰਮ ਹੈ ਜਿਹੜਾ ਨਾ ਉੱਤਮ ਕਰਮ, ਉਹ ਨੀਚ ਕਰਮ ਬਣ ਜਾਂਦਾ ਹੈ। ਨੀਚ ਕਰਮ ਜਿਹੜਾ ਹੈਗਾ ਉਹ ਜੀਵਨ ਦੀ ਬਰਬਾਦੀ ਦਾ ਨਾਂ ਹੈ। ਆਪਣੇ ਜੀਵਨ ਦੀ ਨਿਉ ਮਜ਼ਬੂਤ ਆਪਾਂ ਨੂੰ ਬਣਾਉਣੀ ਚਾਹੀਦੀ ਹੈ। ਕਮਜ਼ੋਰ ਨਿਉ 'ਤੇ ਟਿਕਿਆ ਮਕਾਨ ਹਮੇਸ਼ਾ ਡਿੱਗਣ ਦਾ ਖਤਰਾ ਰਹਿੰਦਾ ਹੈ। ਵੇਖੋ, ਬੰਦਾ ਦੁਨਿਆਵੀ ਕੰਮ ਨੂੰ ਬਹੁਤ ਸਿਆਣਾ ਹੈ। ਜਦੋਂ ਵੀ ਅਸੀਂ ਕੋਈ ਮਕਾਨ ਬਣਾਉਂਦੇ ਹਾਂ, ਮਿਸਤਰੀ ਦੇ ਕੋਲ ਖੜ੍ਹ ਕੇ ਆਪਾਂ ਆਖਦੇ ਵੀ ਸਰੀਆ ਜਿੰਨਾ ਮਰਜ਼ੀ ਪਾ ਦੇ, ਬਜਰੀ ਸੀਮੈਂਟ ਜਿੰਨਾ ਮਰਜ਼ੀ ਪਾ ਦੇ, ਪਰ ਮੇਰੇ ਮਕਾਨ ਵਿੱਚ ਤਰੇੜ ਨਹੀਂ ਆਉਣੀ ਚਾਹੀਦੀ। ਸੋਹਣੀ ਨਿਉ ਰੱਖ। ਕਿੰਨੀ ਸੋਹਣੀ ਗੱਲ ਹੈ, ਆਪਾਂ ਮਕਾਨ ਬਣਾ ਰਹੇ, ਵਧੀਆ ਗੱਲ ਹੈ, ਪਰ ਮਕਾਨ ਦੀ ਨਿਉ ਬੜੀ ਮਜ਼ਬੂਤ ਰਖਾਉਂਦਾ ਹੈ। ਇੰਨਾ ਸਿਆਣਾ ਮਨੁੱਖ ਜਦੋਂ ਇਹਦੇ ਜੀਵਨ ਦੀ ਗੱਲ ਆਉਂਦੀ ਹੈ, ਉਦੋਂ ਜੀਵਨ ਦੀ ਨਿਉ ਬੜੀ ਖੋਖਲੀ ਪਈ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਦੋਂ ਕਿਉਂ ਨਹੀਂ? ਮਹਾਰਾਜ ਜੀ ਨੇ ਕਿੰਨੇ ਇਉਂ ਆਖਿਆ ਨਾ, ਕਹਿੰਦੇ ਸੁਣ ਮੁੰਦੇ ਹਰਨਾਖੀਏ ਗੂੜਾ ਬੈਣ ਅਪਾਰ, ਪਹਿਲਾਂ ਵਸਤ ਸੰਝਾਣ ਕੈ ਤਾਂ ਕੀਚੈ ਵਪਾਰ। ਕਹਿੰਦੇ ਜਦੋਂ ਤੇਰੇ ਜੀਵਨ ਦੀ ਨਿਉ ਦੀ ਗੱਲ ਆਵੇ ਨਾ, ਜਿਹੜਾ ਆਪਾਂ ਵਣਜ ਕਰਦੇ ਫਿਰਦੇ ਹਾਂ, ਕਹਿੰਦੇ ਪਹਿਲਾਂ ਵਸਤੂ ਦੀ ਪਛਾਣ ਕਰ ਲਈ ਵੀ ਤੇਰੇ ਜੀਵਨ ਨੂੰ ਖੋਖਲਾ ਤਾਂ ਨਹੀਂ ਬਣਾਉਂਦੀ ਇਹ ਵਸਤੂ, ਇਹ ਤੇਰੇ ਜੀਵਨ ਦੀ ਨਿਉ ਨੂੰ ਕਿਤੇ ਕਮਜ਼ੋਰ ਤਾਂ ਨਹੀਂ ਕਰ ਰਹੀ। ਜਦੋਂ ਉਹ ਵਪਾਰ ਅਸੀਂ ਕਰਦੇ ਹਾਂ, ਹੁਣ ਆਪਾਂ ਵਪਾਰ ਹੀ ਤਾਂ ਕਰ ਰਹੇ ਹਾਂ ਨਾ। ਆਪਣਾ ਉਹ ਸੱਚ ਸ਼ਾਹੋ ਹਮਾਰਾ ਤੂੰ ਧਣੀ, ਸਭ ਜਗਤ ਵਣਜਾਰਾ ਰਾਮ ਰਾਜੇ, ਸਾਰਾ ਜਗਤ ਵਣਜਾਰਿਆਂ ਰਿਹਾ ਹੁੰਦਾ ਹੈ। ਅਤੇ ਸਤਿਗੁਰਾਂ ਨੇ ਇਉਂ ਆਖਿਆ ਵੀ ਇੱਕ ਸ਼ਾਹ, ਸੱਚੇ ਪਾਤਸ਼ਾਹ ਤਾਂ ਇੱਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਸਿੱਖ ਧਰਮ ਦੇ ਵਿੱਚ। ਅਤੇ ਕੀ ਲਿਖਿਆ ਮਹਾਰਾਜ ਨੇ? ਆਪਾਂ ਸਾਰੇ ਵਣਜਾਰੇ ਹਾਂ। ਸਾਰਾ ਜੱਗ ਵਣਜਾਰਾ ਹੋਇਆ, ਇੱਕੋ ਸੱਚਾ ਸ਼ਾਹ ਵਾਹਿਗੁਰੂ। 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 ਸਾਰਾ ਜੱਗ ਵਣਜਾਰਾ ਹੋਇਆ ਜੀ, ਵਣਜਾਰਾ ਹੋਇਆ, ਇੱਕੋ ਸੱਚਾ ਸ਼ਾਹ ਵਾਹਿਗੁਰੂ। ਸਾਰਾ ਜੱਗ ਵਣਜਾਰਾ, ਇੱਕੋ ਸੱਚਾ ਸ਼ਾਹ ਵਾਹਿਗੁਰੂ। ਸਾਰਾ ਜੱਗ ਵਣਜਾਰਾ ਹੋਇਆ, 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 ਇੱਕੋ ਸੱਚਾ ਸ਼ਾਹ ਵਾਹਿਗੁਰੂ। ਸੱਚਾ ਸ਼ਾਹ ਵਾਹਿਗੁਰੂ ਪਰਮੇਸ਼ਰ ਹੈ। ਸਾਰਾ ਜਗਤ ਵਣਜਾਰਾ ਵਣਜ ਕਰ ਰਿਹਾ ਹੈ। ਹੁਣ ਜਦੋਂ ਵੀ ਆਪਾਂ ਸੰਸਾਰੀ ਤੌਰ 'ਤੇ ਕੋਈ ਵਣਜ ਕਰਦੇ ਹਾਂ, ਸਾਡੀ ਪਹਿਲੀ ਸੋਚ ਇਹ ਹੁੰਦੀ ਹੈ ਵੀ ਕੋਈ ਵਣਜ ਦੇ ਵਿੱਚ ਘਾਟਾ ਨਾ ਪੈ ਜਾਵੇ, ਬਿਜ਼ਨਸ ਦੇ ਵਿੱਚ ਘਾਟਾ ਨਾ ਪੈ ਜਾਵੇ। ਚੰਗੀ ਗੱਲ ਹੈ, ਸਮਾਜ ਵਿੱਚ ਵੀ ਅੱਗੇ ਵਧਣਾ ਇਹ ਵੀ ਇੱਕ ਚੰਗੀ ਸੋਚ ਹੈ। ਸਤਿਗੁਰੂ ਮਹਾਰਾਜ ਜੀ ਇਸੇ ਕਰਕੇ ਆਪਣੇ ਗੁਰਸਿੱਖ ਨੂੰ ਕਹਿੰਦੇ, ਭਾਈ ਗੁਰਸਿੱਖ ਆਲਸੀ ਨਹੀਂ ਚਾਹੀਦਾ, ਉੱਦਮੀ ਚਾਹੀਦਾ। ਉਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁੱਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਸੋ ਇਸ ਤਰ੍ਹਾਂ ਸਾਧ ਸੰਗਤ ਵਣਜਾਰਾ ਜਦੋਂ ਵਣਜ ਕਰੇ ਨਾ, ਉਹਨੂੰ ਧਿਆਨ ਦੇਣਾ ਚਾਹੀਦਾ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਕੁਝ ਪੰਛੀਆਂ ਦੇ, ਕੁਝ ਪਸ਼ੂਆਂ ਦੇ ਹਵਾਲੇ ਦੇ ਦੇ ਕੇ ਮਨੁੱਖ ਨੂੰ ਸਮਝਾਉਣਾ ਕੀਤਾ ਵੀ ਜਦੋਂ ਵਣਜ ਕਰੇ ਨਾ ਤਾਂ ਵੇਖੀ
ਇੱਕ ਮੱਖੀ ਦਾ ਹਵਾਲਾ ਦਿੰਦੇ ਨੇ ਮਹਾਰਾਜ, ਇੱਕ ਇੱਲ ਦਾ ਹਵਾਲਾ ਦਿੰਦੇ ਨੇ, ਇੱਕ ਹੰਸ ਦਾ ਹਵਾਲਾ ਦਿੰਦੇ ਨੇ, ਇੱਕ ਬਗਲੇ ਦਾ ਹਵਾਲਾ ਦਿੰਦੇ ਨੇ। ਉਹਨਾਂ ਦੀਆਂ ਐਗਜ਼ਾਮਪਲਾਂ ਦੇ ਦੇ ਕੇ 84 ਲੱਖ ਦੇ ਸਰਦਾਰ ਮਨੁੱਖ ਨੂੰ ਸਮਝਾ ਰਹੇ ਨੇ। ਖਿਆਲ ਕਰਕੇ ਵੇਖੋ, ਕਦੇ ਸੋਚੋ 1430 ਅੰਗ ਤੇ ਨਾ ਕਿਤੇ ਵੀ ਸੱਚੇ ਪਾਤਸ਼ਾਹ ਨੇ, ਗੁਰੂ ਸਾਹਿਬਾਨਾਂ ਨੇ, ਭਗਤ ਸਾਹਿਬਾਨਾਂ ਨੇ ਕਿਤੇ ਵੀ ਕਿਸੇ ਪਸ਼ੂ ਜਾਂ ਪੰਛੀ ਨੂੰ ਨਹੀਂ ਸਮਝਾਇਆ। ਪਸ਼ੂ ਜਾਂ ਪੰਛੀ ਨੂੰ ਨਹੀਂ ਸਮਝਾਇਆ। ਜਦੋਂ ਪੜ੍ਹਾਂਗੇ ਆਪਾਂ, ਸਮਝਾਇਆ ਕਿਹਨੂੰ ਹੈ? ਸਾਨੂੰ ਸਮਝਾਇਆ ਵੀ ਤੂੰ ਸਮਝੋ ਬੰਦਿਆ। ਉੱਥੇ ਨਾ ਫਿਰ ਪਤਾ ਚੱਲਦਾ ਵੀ ਵਾਕਈ ਆਪਾਂ ਰਸਤਾ ਭਟਕੇ ਹੋਏ ਹਾਂ। ਬਾਰ-ਬਾਰ ਮਨੁੱਖ ਨੂੰ ਆਖਿਆ ਹੋਇਆ, ਬਾਰ-ਬਾਰ ਮਨੁੱਖ ਨੂੰ ਸਮਝਾਇਆ ਹੋਇਆ, ਮਨੁੱਖ ਤੂੰ ਇੱਥੇ ਆਹ ਕਰ ਰਿਹਾ, ਮਨੁੱਖ ਤੂੰ ਇੱਥੇ ਆਹ ਨਾ ਕਰ, ਤੂੰ ਇੱਥੇ ਆਹ ਕਰਨਾ ਸੀ, ਆਹ ਨਹੀਂ ਕਰਨਾ। ਉੱਥੋਂ ਪਤਾ ਚੱਲਦਾ ਵੀ ਜ਼ਰੂਰ ਮਨੁੱਖ ਆਪਣੇ ਟਾਰਗੇਟ ਤੋਂ, ਆਪਣੀ ਲਾਈਫ ਦਾ ਜਿਹੜਾ ਏਮ ਹੈ ਉਹਦੇ ਤੋਂ ਖੁੰਝ ਚੁੱਕੇ ਹਾਂ ਅਸੀਂ। ਸਤਿਗੁਰ ਦਾ ਕਹਿਣ ਦਾ ਭਾਵ ਹੈ, ਗੁਰਬਾਣੀ ਦਾ ਕਹਿਣ ਦਾ ਭਾਵ ਹੈ ਵੀ ਇਹ ਮੁੜ ਕੇ ਉਸੇ ਪਟੜੀ 'ਤੇ ਆ ਜਾਵੇ। ਹੁਣ ਵੇਖੋ ਮਹਾਰਾਜ ਕਹਿੰਦੇ ਫਿਰਦੀ ਫਿਰਦੀ ਦਹਿ ਦਿਸਾਂ ਜਲ ਪਰਬਤ ਬਨ ਰਾਏ, ਜਿੱਥੈ ਡਿੱਠਾ ਮਿਰਤ ਕੋ ਇੱਲ ਬੈਠੀ ਆਏ। ਹੁਣ ਵਣਜ ਕਰ ਰਹੇ ਹਾਂ ਆਪਾਂ, ਸਾਨੂੰ ਸੰਬੋਧਨ ਕਰਕੇ ਮਹਾਰਾਜ ਕਹਿੰਦੇ ਨਾ, ਸਮਾਜ ਵਿੱਚ ਵਿਚਰਦਾ ਬੰਦਾ, ਕੀਰਤਨ ਹੋ ਰਿਹਾ, ਸਤਸੰਗ ਹੋ ਰਿਹਾ, ਕਥਾ ਹੋ ਰਹੀ ਹੈ, ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਧਰਮ ਦੇ ਨਾਂ 'ਤੇ ਕਾਰਜ ਹੋ ਰਿਹਾ, ਅਤੇ ਉੱਥੇ ਖੜ੍ਹਨਾ ਹੀ ਪਸੰਦ ਨਹੀਂ ਕਰਦਾ। ਕਹਿੰਦਾ ਆਪਣਾ ਇੱਥੇ ਕੀ ਕੰਮ ਹੈ, ਚੱਲਾਂਗੇ ਮੌਕੇ ਜੇ 'ਤੇ, ਜਦੋਂ ਆਨੰਦ ਸਾਹਿਬ ਪੜ੍ਹਨਗੇ, ਸਲੋਕ ਪੜ੍ਹਨਗੇ, ਪਾਵਨ ਗੁਰੂ ਪਾਣੀ ਪਿਤਾ, ਮੌਕੇ 'ਤੇ ਚੱਲਾਂਗੇ। ਜਦੋਂ ਪ੍ਰਸ਼ਾਦ ਲੈਣਾ ਬਸ ਉਹਦੀ ਨਾ ਲੈਣ ਸਾਰ ਪ੍ਰਸ਼ਾਦ, ਜੇ 2 ਮਿੰਟ ਜ਼ਿਆਦਾ ਲੱਗ ਗਏ ਨਾ ਉੱਥੇ ਪਤਾ ਨਹੀਂ ਫੜ ਲੈਣਾ ਗੁਰੂ ਸਾਹਿਬ ਨੇ ਆਪਾਂ ਨੂੰ, ਫਿਰ ਉੱਥੋਂ ਛੱਡਣਾ ਨਹੀਂ ਹੈ ਆਪਾਂ ਨੂੰ। ਤਾਂ ਉੱਥੇ ਖੜ੍ਹਨਾ ਪਸੰਦ ਨਹੀਂ ਕਰਦਾ। ਜਿੱਥੇ ਫਿਰ ਇਹਨੇ ਵੇਖਿਆ ਨਾ ਵੀ ਇੱਥੇ ਦੁਨੀਆ ਭਰ ਦਾ ਗੰਦ, ਜਿੱਥੇ ਕੰਨ ਵੀ ਝੂਠੇ ਹੋਣਗੇ, ਜਿੱਥੇ ਅੱਖਾਂ ਵੀ ਝੂਠੀਆਂ ਹੋਣਗੀਆਂ, ਜਿੱਥੇ ਰਸਨਾ ਵੀ ਝੂਠੀ ਹੋਵੇਗੀ, ਜਿੱਥੇ ਜ਼ਿੰਦਗੀ ਬਰਬਾਦੀ ਦੇ ਰਾਹ ਪੈ ਜਾਵੇਗੀ, ਅਤੇ ਉੱਥੇ ਇਹ 5-5 ਘੰਟੇ ਬੈਠਾ ਰਹਿੰਦਾ ਸਮਾਧੀਆਂ ਲਾ ਕੇ, ਉੱਥੇ ਲੈਂਦਾ ਝੂਠੇ ਸਵਾਦ। ਉਹਨੂੰ ਕਹਿੰਦੇ ਨੇ ਮਹਾਰਾਜ ਫਿਰਦੀ ਫਿਰਦੀ ਦਹਿ ਦਸਾਂ, ਸਾਡੀ ਇੱਲ ਰੂਪੀ ਜਿਹੜੀ ਹੈ ਆਪਣਾ ਨਾ ਸੁਰਤ, ਇੱਲ ਰੂਪ ਸੁਰਤ ਦਹਿ ਦਸਾ ਜਲ ਪਰਬਤ ਮੰਦਰਾਏ, ਸਾਰੇ ਸਮਾਜ ਵਿੱਚ ਘੁੰਮੀ। ਐਗਜ਼ਾਮਪਲ ਭਾਵੇਂ ਇੱਲ ਦਾ, ਇੱਲ ਨੇ ਉਡਾਰੀ ਉੱਪਰ ਚੁੱਕੀ ਹੈ, ਪਰਬਤਾਂ ਉੱਪਰੋਂ ਦੀ ਲੰਘੀ, ਸਮੁੰਦਰਾਂ ਉੱਪਰੋਂ ਦੀ ਲੰਘੀ, ਕਿਤੇ ਵੀ ਉਹਨੇ ਸੋਹਣੇ ਸੋਹਣੇ ਬਗੀਚੇ ਵੀ ਵੇਖੇ, ਫੁੱਲ ਵੀ ਵੇਖੇ, ਚੰਦਨ ਦੇ ਬਾਗ ਵੀ ਵੇਖੇ। ਇੱਲ ਦੇ ਕੁਛ ਵੀ ਪਸੰਦ ਨਾ ਆਇਆ। ਪਰ ਜਿੱਥੇ ਦੇਖਿਆ ਨਾ ਵੀ ਗਲਿਆ ਸੜਿਆ ਕੋਈ ਮੁਰਦਾਰ ਪਿਆ, ਕਹਿੰਦੇ ਉੱਥੇ ਡਿੱਗ ਪਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗਲੇ ਸੜੇ ਮੁਰਦੇ 'ਤੇ ਡਿੱਗ ਪਈ, ਕਿਉਂਕਿ ਉਹਦੀ ਖੁਰਾਕ ਹੀ ਉਹ ਹੈ। ਸਾਧ ਸੰਗਤ ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ, ਜਹ ਬਗੰਧ ਤਹਿ ਜਾਏ। ਮੱਖੀ ਨੇ ਚੰਦਨਾਂ ਦੇ ਬਾਗ ਵੇਖੇ, ਮੱਖੀ ਨੇ ਹੋਰ ਸੁਗੰਧੀਆਂ ਵੇਖੀਆਂ, ਆਤਰ ਫਲੇਲ ਵੇਖੇ, ਕਿਤੇ ਨਹੀਂ ਬੈਠੀ। ਅਤੇ ਜਿੱਥੇ ਗੰਦ ਪਿਆ ਸੀ ਉਹਦੇ 'ਤੇ ਮੱਖੀ ਮੱਖੀ ਬੈਠੀ ਆ, ਉੱਥੇ ਮੱਖੀਆਂ ਦਾ ਢੇਰ ਲੱਗਿਆ ਪਿਆ। ਇਹ ਸੰਸਾਰ ਨੂੰ ਸਮਝਾਉਣ ਵਾਸਤੇ ਮਹਾਰਾਜ ਕਹਿ ਰਹੇ ਨੇ। ਸੰਸਾਰ ਦੀ ਆਹ ਦਸ਼ਾ ਹੈ, ਅੱਜ ਵਣਜ ਕਰ ਰਹੇ ਹਾਂ ਆਪਾਂ। ਸੋ ਇਹਨੂੰ ਸਮਝਣ ਵਾਸਤੇ ਨਾ ਇੱਕ ਪ੍ਰਮਾਣ ਦਿੰਦੇ ਨੇ। ਕਥਾ ਕਰਨ ਵਾਲੇ ਗੁਰੂ ਦੇ ਪਿਆਰੇ, ਕੀਰਤਨ ਕਰਨ ਵਾਲੇ ਰੱਬ ਦੇ ਭਗਤ, ਇੱਕ ਪ੍ਰਮਾਣ, ਇੱਕ ਹੁੰਦਾ ਇਤਿਹਾਸ, ਇੱਕ ਹੁੰਦਾ ਮਥਿਆਸ, ਇੱਕ ਹੁੰਦਾ ਪ੍ਰਮਾਣ। ਪ੍ਰਮਾਣ ਦਾ ਭਾਵ ਹੁੰਦਾ ਵੀ ਉਹ ਪ੍ਰਮਾਣ ਤੋਂ ਸੇਧ ਲੈ ਕੇ ਸਮਝ ਜਾਣਾ। ਪ੍ਰਮਾਣ ਦਾ ਭਾਵ ਇਹ ਹੁੰਦਾ ਸਮਝ ਲੈਣੀ, ਸੋਝੀ ਲੈਣੀ। ਹਾਂ, ਹੈ ਉਹ ਗੁਰਮਤਿ ਦੇ ਦਾਇਰੇ ਵਿੱਚ। ਉਹ ਪ੍ਰਮਾਣ ਕੀ ਦਿੰਦੇ ਹੁੰਦੇ? ਹੁਣ ਆਪਾਂ ਵਣਜ ਕਰ ਰਹੇ ਹਾਂ, ਸਰੀਰ ਨੇ ਤਾਂ ਰਹਿਣਾ ਕੋਈ ਨਹੀਂ। ਇਹ ਤਾਂ ਕਹਾ ਬਸਾਸਾ ਇਸ ਭਾਂਡੇ ਕਾ ਇਤਨਾ ਕੁ ਲੱਗ ਹੈ ਠਣਕਾ। ਇਹ ਤਾਂ ਗੰਢੇਂਦੇ ਆ 6 ਮਾਹ, ਤੁੜਨਦੇ ਆ 1 ਖੇਨੋ। ਇਹ ਤਾਂ ਜਦੋਂ ਸਵਾਸਾਂ ਦੀ ਡੋਰੀ ਟੁੱਟਣੀ ਹੈ ਨਾ, ਸਕਿੰਟ ਹੀ ਲੱਗਣਾ ਹੈ। ਆਪਾਂ ਸ਼ੁਰੂ ਵਿੱਚ ਬੇਨਤੀ ਕਰ ਰਹੇ ਸੀ ਵੀ ਜਦੋਂ ਸਵਾਸ ਚੱਲ ਰਹੇ ਨੇ, ਇਹ ਬੁਲਾਇਆ ਬੋਲ ਵੀ ਪੈਂਦਾ, ਜਗਾਇਆ ਜਾਗ ਵੀ ਪੈਂਦਾ। ਅਤੇ ਸਾਧ ਸੰਗਤ, ਪਰ ਜਦੋਂ ਸਵਾਸਾਂ ਦੀ ਡੋਰੀ ਟੁੱਟਣੀ ਹੈ ਅਤੇ ਫਿਰ ਨਹੀਂ ਇਹ ਬੁਲਾਇਆ ਬੋਲਦਾ, ਫਿਰ ਨਹੀਂ ਇਹ ਜਗਾਇਆ ਜਾਗਦਾ। ਅੱਜ ਗੁਰੂ ਜੀ ਜਗਾਉਂਦੇ ਨੇ, ਜਾਗਣ ਦਾ ਵੇਲਾ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਇਹਨੇ ਵੀ ਇੱਥੇ ਹੀ ਰਹਿ ਜਾਣਾ। ਸਰੀਰ ਜਿਹੜਾ ਆਉਂਦਿਆਂ ਨੂੰ ਮਿਲਿਆ ਨਾ, ਜਾਂਦਿਆਂ ਇਹ ਵੀ ਨਹੀਂ ਮਿਲਣਾ। ਕਿੱਡਾ ਵੱਡਾ ਮਹਾਰਾਜ ਸਾਡਾ ਹੰਕਾਰ ਮਾਣ ਤੋੜ ਰਹੇ ਨੇ। ਅਤੇ ਉੱਥੇ ਪ੍ਰਮਾਣ ਕੀ ਦਿੰਦੇ ਸੀ? ਇੱਕ ਰਾਜਾ ਹੈ, ਇਹ ਸਰੀਰ ਦੇ ਨਾਲ ਆਪਾਂ ਕਰਨਾ ਕੀ ਹੈ? ਦਾਸ ਉੱਤੇ ਬੋਲ ਰਿਹਾ, ਨਹੀਂ ਤਾਂ ਇੱਕ ਦਿਨ ਸੌਣਾ, ਸੌਂ ਜਾਣਾ, ਮੁੜ ਕੇ ਪਤਾ ਨਹੀਂ ਕਿੱਧਰ ਨੂੰ ਜਾਣਾ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ। ਕਹਿੰਦੇ ਪਤਾ ਨਹੀਂ ਕਿੱਧਰ ਨੂੰ ਤੁਰ ਗਏ, ਕੋਈ ਪਤਾ ਨਹੀਂ ਚੱਲਦਾ। ਕਿੱਥੋਂ ਆਇਆ ਕਹਿ ਰਿਹਾ, ਕਹਿ ਮਾਹੇ ਸਮਾਵੈ।
ਤੇ ਇਸ ਕਰਕੇ ਇਹਦਾ ਕੋਈ ਭੇਦ ਨਹੀਂ। ਇਹ ਤਾਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਜਾਣਦਾ, ਆਪਾਂ ਨੂੰ ਇਸ ਗੱਲ ਦਾ ਨਹੀਂ ਪਤਾ। ਇਹ ਗੁਪਤ ਖੇਡਾਂ ਨੇ ਵਾਹਿਗੁਰੂ ਦੇ ਘਰ ਦੀਆਂ। ਗੁਰਮੁਖ ਜਿਹੜੇ ਹੁੰਦੇ ਨੇ ਉਹ ਚੰਗੀ ਤਰ੍ਹਾਂ ਇਹਨਾਂ ਗੱਲਾਂ ਨੂੰ ਜਾਣਦੇ ਹੁੰਦੇ ਨੇ। ਜਿਹਨੇ ਨਹੀਂ ਮੰਨਣਾ ਹੁੰਦਾ ਉਹ ਲੱਖਾਂ ਯਤਨ ਕਰਕੇ ਵੀ ਨਹੀਂ ਮੰਨਿਆ ਕਰਦਾ। ਸੋ ਉੱਥੇ ਫਿਰ ਇੱਕ ਰਾਜਾ, ਉਹਦੇ 3 ਲੜਕੇ ਨੇ। 3 ਲੜਕੇ ਰਾਜੇ ਦੇ। ਰਾਜਾ ਹੁਣ ਬਜ਼ੁਰਗ ਹੋ ਗਿਆ। ਜਦੋਂ ਰਾਜਾ ਬਜ਼ੁਰਗ ਹੋਇਆ ਉਹਨੇ ਸੋਚਿਆ ਵੀ ਹੁਣ ਸਰੀਰ ਦਾ ਕੀ ਪਤਾ ਹੈ। ਕੰਧੀ ਉੱਤੇ ਰੁੱਖੜਾ ਕਿਚਰਕ ਬੰਦਾ ਧੀਰ, ਫਰੀਦਾ ਕੱਚਾ ਭਾਂਡਾ ਰੱਖੀ ਹੈ ਕਿਚਰ ਤਾਈ ਨੀਰ। ਹੁਣ ਕੀ ਪਤਾ ਵੀ ਕਿਹੜੇ ਵੇੜੇ, ਕਿਉਂਕਿ ਜਦੋਂ ਉਮਰ, ਭਰੋਸਾ ਤਾਂ ਪਲਦਾ ਹੈ ਨਹੀਂ, ਹਮ ਆਦਮੀ ਹਾਂ ਇੱਕਦਮ ਹੀ। ਪਰ ਜਦੋਂ ਉਮਰ 60 65 70 80 ਦੇ ਕੋਲ ਨੂੰ ਜਾਂਦੀ ਹੈ ਫਿਰ ਤਾਂ ਬਿਲਕੁਲ ਹੀ ਆਸ ਹੀ ਮੁੱਕਦੀ ਤੁਰੀ ਜਾਂਦੀ ਹੈ ਨਾ, ਵੀ ਹਾਂ ਹੁਣ ਤਾਂ ਬਿਲਕੁਲ ਹੀ ਸੰਗੀ ਸਾਥੀ ਤੁਰੇ ਜਾ ਰਹੇ ਨੇ ਤੇ ਅਸਾਂ ਭੇ ਉੱਥੇ ਜਾਣਾ, ਇੱਥੇ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ, ਨਾਨਕ ਰੁੰਨਾ ਬਾਬਾ ਜਾਣੀਏ ਜੇ ਰੋਵੈ ਲਾਏ ਪਿਆਰੋ। ਤਾਂ ਇਸ ਤਰ੍ਹਾਂ ਰਾਜੇ ਨੇ ਸੋਚਿਆ ਵੀ ਹੁਣ ਉਮਰ ਹੈ ਜਿਹੜੀ ਉਹ ਕਾਫੀ ਹੋ ਚੁੱਕੀ ਹੈ, ਬੱਚੇ ਨੌਜਵਾਨ ਹੋ ਗਏ, ਰਾਜਕੁਮਾਰ। ਮੈਂ ਹੁਣ ਇਹਨਾਂ 3 ਦੇ ਵਿੱਚੋਂ ਇੱਕ ਨੂੰ ਗੱਦੀ ਦਾ ਵਾਰਸ ਬਣਾ ਦਿਆਂ। ਆਪਣੇ ਵੀ ਘਰਾਂ ਵਿੱਚ ਉਹੀ ਹੁੰਦਾ, ਆਪਾਂ ਜਿਹੜੇ ਗ੍ਰਸਤੀ ਲੋਕ ਹਾਂ, ਜਦੋਂ ਕੋਈ ਬਜ਼ੁਰਗ ਆਪਣਾ ਹੁੰਦੇ ਨੇ ਉਹਨਾਂ ਨੂੰ ਲੱਗਦਾ ਵੀ ਹੁਣ ਬੁਢੇਪੇ ਵੱਲ ਨੂੰ ਜਾ ਰਹੇ ਹਾਂ, ਬੱਚਿਆਂ ਦੇ ਨਾਂ ਵਸੀਅਤ ਕਰਾ ਦਈਏ। ਕੀ ਪਤਾ ਕਿਹੜੇ ਵੇਲੇ ਘੁੱਗੀ ਰੁੱਸ ਜਾਵੇ, ਕਦੋਂ ਭਾਂਡਾ ਫੁੱਟ ਜਾਵੇ। ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਤੇ ਉਵੇਂ ਰਾਜਾ ਕਹਿਣ ਲੱਗਿਆ ਇਹਨਾਂ 'ਚੋਂ ਇੱਕ ਨੂੰ ਮੈਂ ਰਾਜ ਭਾਗ ਦਾ ਮਾਲਕ ਬਣਾਵਾਂ। ਇਹ ਉਹਦੇ ਮਨ ਵਿੱਚ ਵਿਚਾਰ ਚੱਲਦਾ ਗਿਆ। ਅਖੀਰ ਤੇ ਰਾਣੀਆਂ ਨਾਲ ਵਿਚਾਰ ਕਰਦਾ ਹੈ ਕਿਹੜੇ ਬੱਚੇ ਨੂੰ ਰਾਜ ਭਾਗ ਦਾ ਮਾਲਕ ਬਣਾਵਾਂ। ਗੱਲ ਨਾ ਬਣੀ। ਸਭ ਤੋਂ ਸਿਆਣਾ ਵਜ਼ੀਰ ਸੀ ਜਿਹੜਾ ਰਾਜੇ ਦਾ, ਚੰਗੀ ਬੁੱਧ ਵਾਲਾ, ਚੇਤਨ ਮੱਤ ਵਾਲਾ, ਚੇਤਨ ਬੁੱਧ ਵਾਲਾ ਵਜ਼ੀਰ। ਅੱਜ ਰਾਜੇ ਨੇ ਸਪੈਸ਼ਲ ਮਹਿਲਾਂ ਵਿੱਚ ਸੱਦਾ ਦਿੱਤਾ ਵੀ ਵਜ਼ੀਰ ਅੱਜ ਮੈਂ ਤੇਰੇ ਨਾਲ ਕੋਈ ਖਾਸ ਗੱਲ ਕਰਨੀ ਹੈ, ਜ਼ਰੂਰੀ ਗੱਲ ਕਰਨੀ ਹੈ, ਅੱਜ ਤੂੰ ਮੇਰੇ ਕੋਲ ਆ ਮਹਿਲਾਂ ਦੇ ਵਿੱਚ। ਉਸ ਵੇਲੇ ਵਜ਼ੀਰ ਤੇ ਰਾਜਾ ਦੋਨੋਂ ਜਣੇ ਨੇ। ਵਜ਼ੀਰ ਬੜਾ ਸਿਆਣਾ ਸੀ। ਰਾਜੇ ਨੂੰ ਕਹਿਣ ਲੱਗਿਆ ਵਜ਼ੀਰ, ਰਾਜਨ ਦੱਸੋ ਕੀ ਗੱਲ ਹੈ। ਰਾਜਾ ਕਹਿਣ ਲੱਗਿਆ ਵਜ਼ੀਰ ਮੈਂ ਰਾਣੀਆਂ ਦੇ ਨਾਲ ਵੀ ਵਾਰਤਾਲਾਪ ਕਰ ਲਈ ਹੈ, ਹੋਰ ਸਿਆਣੇ ਸਿਆਣੇ ਬੰਦਿਆਂ ਨਾਲ ਵੀ ਕਰ ਲਈ ਹੈ, ਪਰ ਗੱਲ ਸਿਰੇ ਨਹੀਂ ਲੱਗੀ। 3 ਰਾਜਕੁਮਾਰਾਂ ਦੇ ਵਿੱਚੋਂ ਮੈਂ ਰਾਜ ਭਾਗ ਦਾ ਤਿਲਕ ਦੇਣਾ, ਗੱਦੀ 'ਤੇ ਬਿਠਾਉਣਾ, ਮੈਨੂੰ ਇਹ ਨਿਰਣਾ ਕਰਕੇ ਦੱਸ ਇਹਨਾਂ 3 ਦੇ ਵਿੱਚੋਂ ਸਹੀ ਕਿਹੜਾ ਰਹੇਗਾ। ਵਜ਼ੀਰ ਬੜਾ ਸਿਆਣਾ ਸੀ। ਵਜ਼ੀਰ ਕਹਿਣ ਲੱਗਿਆ ਰਾਜਨ ਇਹ ਜਿਹੜਾ ਤੁਹਾਡਾ ਸਵਾਲ ਹੈ ਇਹਦਾ ਜਵਾਬ ਬੜਾ ਹੀ ਔਖਾ ਹੈ, ਪਰ ਕਹਿੰਦਾ ਜਿੰਨੀ ਕੁ ਮੈਨੂੰ ਮੱਤ ਹੈ ਮੈਂ ਉਹਦੇ ਮੁਤਾਬਕ ਦੱਸ ਸਕਦਾ। ਕਹਿੰਦਾ ਦੱਸ। ਕਹਿੰਦੇ ਰਾਜਨ ਰਾਜ ਭਾਗ ਦਾ ਮਾਲਕ ਬਣਨਾ ਇਹ ਬਹੁਤ ਵੱਡੀ ਡਿਊਟੀ ਹੈ, ਬਹੁਤ ਵੱਡਾ ਅਹੁਦਾ ਹੈ, ਬਹੁਤ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਉਹਨੇ ਰਾਜਾ ਬਣਨਾ ਹੈ। ਰਾਜੇ ਦੇ ਜਿਹੜੇ ਅਸੂਲ ਹੁੰਦੇ ਨੇ, ਰਾਜਾ ਪ੍ਰਜਾ ਦਾ ਪਾਲਕ ਹੁੰਦਾ ਹੈ, ਦੁੱਖਾਂ ਸੁੱਖਾਂ ਦਾ ਸੀਰੀ ਹੁੰਦਾ ਹੈ, ਪ੍ਰਜਾ ਦੀ ਦੇਖ ਰੇਖ ਕਰਨੀ, ਸੰਭਾਲ ਕਰਨੀ, ਆਪਣੇ ਰਾਜ ਭਾਗ ਨੂੰ ਅੱਗੇ ਵਧਾਉਣਾ, ਇਹ ਉਹਦੀਆਂ ਡਿਊਟੀਆਂ ਹੁੰਦੀਆਂ ਨੇ। ਕੋਈ ਵੀ ਅਹੁਦਾ ਹੈ ਆਪਣੇ ਕੋਲ, ਆਪਣੇ ਪਰਿਵਾਰ ਤੋਂ ਸ਼ੁਰੂ ਕਰ ਲਓ। ਪਰਿਵਾਰ ਦੇ ਮੁਖੀਆ ਜਿਹੜਾ ਹੁੰਦਾ ਨਾ, ਉਹ ਮੁਖੀਆ ਬਣਨਾ ਕੋਈ ਵੱਡੀ ਗੱਲ ਨਹੀਂ, ਕੋਈ ਵੀ ਬਣ ਸਕਦਾ ਹੈ, ਪਰ ਜਿਹੜੇ ਪਰਿਵਾਰ ਦੇ ਮੁਖੀਏ ਦੇ ਗੁਣ ਹੁੰਦੇ ਨੇ ਉਹ ਹੋਣੇ ਬਹੁਤ ਜ਼ਰੂਰੀ ਹੁੰਦੇ ਨੇ। ਇੱਕ ਸਕੂਲ ਦਾ ਹੈਡ ਮਾਸਟਰ ਬਣਨਾ ਸਾਧ ਸੰਗਤ ਕੋਈ ਔਖੀ ਗੱਲ ਨਹੀਂ। ਬੰਦਾ ਐਜੂਕੇਸ਼ਨ ਲੈ ਕੇ ਜੋਬ ਕਰ ਸਕਦਾ, ਟੀਚਰ ਬਣ ਸਕਦਾ ਹੈ, ਪਰ ਉਹ ਹੈਡ ਮਾਸਟਰ ਦੇ ਜਿਹੜੇ ਗੁਣ ਹੁੰਦੇ ਨੇ ਉਹ ਉਹਦੇ ਵਿੱਚ ਹੋਣੇ ਜ਼ਰੂਰੀ ਨੇ। ਮੈਂ ਆਪਣੇ ਸਕੂਲ ਨੂੰ, ਮੈਂ ਆਪਣੇ ਬੱਚਿਆਂ ਨੂੰ ਅੱਗੇ ਸਮਾਜ ਵਿੱਚ ਚੰਗੀ ਵਿੱਦਿਆ ਦੇ ਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕਰਨਾ। ਇਸੇ ਤਰ੍ਹਾਂ ਇੱਕ ਰਾਜਾ, ਕਿਸੇ ਰਿਆਸਤ ਦਾ, ਕਿਸੇ ਕੰਟਰੀ ਦਾ ਜਿਹੜਾ ਰਾਜਾ ਹੈ ਉਹਦੇ ਵਿੱਚ ਉਹ ਗੁਣ ਹੋਣੇ ਅਤੀ ਜ਼ਰੂਰੀ ਨੇ। ਤਾਂ ਉਸ ਵੇਲੇ ਵਜ਼ੀਰ ਕਹਿਣ ਲੱਗਿਆ ਰਾਜਨ ਇਹਦੇ ਵਾਸਤੇ ਤੈਨੂੰ ਇੱਕ ਗੱਲ ਕਰਨੀ ਪਵੇਗੀ। ਰਾਜਾ ਕਹਿਣ ਲੱਗਿਆ ਦੱਸੋ। ਕਹਿੰਦਾ ਆਪਣੇ ਬੱਚਿਆਂ ਦੀ ਬੁੱਧ ਨੂੰ ਪਰਖਣਾ ਪਵੇਗਾ। 3 ਬੱਚਿਆਂ ਦੀ ਬੁੱਧ ਨੂੰ ਪਰਖ। ਜਿਹੜੇ ਦੀ ਬੁੱਧ ਚੇਤਨ ਹੋਈ, ਭਾਵ ਤੀਖਣ ਬੁੱਧੀ ਵਾਲਾ, ਹਰ ਤਰ੍ਹਾਂ ਦੀ ਵਿਚਾਰ ਰੱਖਦਾ ਹੋਵੇ, ਹਰ ਤਰ੍ਹਾਂ ਦੇ ਨਾਲ ਸੁਚੇਤ ਹੋਵੇ, ਸਾਵਧਾਨ ਹੋਵੇ, ਜਿਹੜਾ ਉਹਦੇ 'ਚੋਂ ਤੀਖਣ ਬੁੱਧੀ ਵਾਲਾ ਹੋਇਆ ਤੇ ਉਹਨੂੰ ਰਾਜ ਭਾਗ ਦੀਆਂ ਚਾਬੀਆਂ ਦੇ ਦੇ, ਉਹਨੂੰ ਸਿੰਘਾਸਣ 'ਤੇ ਬਿਠਾ ਦੇ। ਕਹਿੰਦਾ ਕਿਵੇਂ ਪਰਖਾਂ। ਕਹਿੰਦਾ ਇਹ ਮੇਰੇ 'ਤੇ ਛੱਡ ਦੇ।
ये मेरे ते छड्ड दे, ये जिम्मेवारी मेरी रही। तो उस वेले तैयारी हो गई परखण दी राजकुमारां नूं। आपां राजकुमार हाँ वाहिगुरू दे, सच्चे पातशाह धन श्री गुरु ग्रंथ साहब गुरु नानक देव साहब जी ने अकाल पुरख वाहिगुरू परमेश्वर है। सतगुर जी आपां नूं परख रहे ने, अपनी परख चल रही है। जिवें हुण राजा अपने पुत्रां नूं परखेगा, ख्याल रखना गल अपनी हो रही है, गल राजे दी नहीं हो रही। वो तो सिर्फ प्रमाण है, एक ध्यान रखना इस गल का। वजीर कहन लग्या राजन आ 3 टके 3 रुपये ले लै। 3 रुपये ले, 1 रुपया तिन्ने राजकुमारां नूं दे दे। तिन्ने राजकुमारां नूं 1 रुपया दिता। तिन्ने राजकुमारां दे महल बना दिते, बखरे बखरे नवीं इमारतां बना दित्तियां तिन्ने राजकुमारां दियां। उस वेले महल विच प्रवेश करना है, तिन्ने राजकुमारां ने महलां विच प्रवेश करना है। ते राजा अपने राजकुमारां नूं नाल लेके गया, वजीर नाल है, बहुत सारी प्रजा नाल है। खड़ा के वजीर दे कहण मुताबक राजा कहण लग्या पुत्रो आ 1 टका लो। तिन्नां नूं 1 रुपया देता अज दे समय, इउं कह लो। ते हुण इउं करो, महलां विच प्रवेश करन तो पहिलां 1 रुपये दे ਉਹ पदार्थ लैके आओ जिहदे नाल महल भरे होण, खाली ना होण। महल भरने चाहिए ने, ते फिर आपां महलां विच प्रवेश करांगे। 1 रुपया तिन्नां नूं दे दिता। बस इहो ही परख सी, इहो ही समा सी। ते उस वेले तिनों जने विचार करते हैं बखरे बखरे तौर पर भी 1 रुपये का ऐसा की आवे जिहदे नाल महल भर जाण। ऐसा की खरीदीए। अपने अपने मित्रां नूं पुछदे ने, अपने अपने जिहड़े उन्हां दे संगी सी उन्हां नूं पुछदे ने भी पिता जी ने 1 रुपया दिता है ते महल भरन नूं आख्या। हुक्म यह है जिहड़ा वधिया सोहना महल भरेगा उहनूं मैं राज भाग दा मालक बना देना है। हुण तिन्नां ने अपनी अपनी मत मुताबक ये शुरू कर दिता, दिन दे दिता मिथ के भी इस दिन तक भरने चाहिए ने। छोटे ने सोचिया, कहना रुपये का कुछ नहीं आउंदा, महल नहीं भरदे, पता नहीं मेरे पिता की अकल नूं कुछ हो गया जां साडे तो वो गल ते पूरा नहीं उतरिया जा सकता। रुपये दे नाल महल किवें भरेगा, नहीं भरदा। उन्हें फिर अपनी विचार करके की कीता, जां जिवें उहदे दोस्तां मित्रां ने, उहदी सोसाइटी ने आखिया भी 1 रुपया जूए ते ला दे, लाटरी ला दे, निकल आई तो महल भर जाणगे, ना निकली तो फिर तेरा गया। उन्हें तो जूए ते लाता। ते दूजे ने की कीता, दूजा कहन लग्या भी रुपये दे कोई ऐसा कुछ नहीं आ सकता जिहदे नाल महल भर जावे। वो कहंदा भी इउं करदे आ, कूड़ा करकट है ना जिहड़ा शहर दा गंदमंद, ये सब तो सस्ता है। जिन्ने क कमरे भर के वेखांगे उन्हें सारा वो खरीद लिया जिन्ना क आया, उन्हें कमरिਆਂ ਵਿੱਚੋਂ सारा कूड़ा करकट भर दिता। ते तीजा सी जिहड़ा ना तीजा, ਉਹਨੂੰ फिर कोई सियाणा मिल गया, सियाणा गुरमुख मिल गया, कोई जागदी जमीर वाला, जागदी मत वाला। ਉਹਨੇ ਜਦੋਂ अपना दुख रोया ना भी गल आ है मेरे प्यो ने इस तरह आख्या, वो कहता गल ही कुछ नहीं, तू मैनू 50 पैसे दे दे, मैं 50 पैसों नाल ही भर देंगा, 50 तू अपने रख लै कोल। 50 पैसों नाल कहते हाँ यो ही जुगत दे नाल मुक्त है गुरमुख। सतगुरु महाराज जी इस तरह कहते हैं, बंदिया दुनियावी पढ़ाई कर लै, PhD कर लै, जिन्नी मर्जी पढ़ लै, पर इत्थे तेरी विद्या पूरी नहीं हुई, विद्या पूरी नहीं हुई। गुरु नानक देव साहब का पल्ला फड़े बगैर धन बाबा अतर सिंह जी महाराज मस्तूआणा साहब वाले बैठे, ते उन्हां दी हजूरी विच बैठे महाराज संत बाबा तेजा सिंह जी। बाबा तेजा सिंह जी बारे ना हुण आल वर्ल्ड दीयां यूनीवर्सिटियां ने पिछले महीने दास ने पढ़िया, उन्होंने बहुत बड़ा मान दिता है भी बाबा तेजा सिंह की जिहड़ी पढ़ाई है ना मस्तूआणा साहब वालियां दी, उन्हां दे बराबर तो बाहरलियां कंट्रियां दे बंदियां कोल भी डिग्रियां नहीं हैगियां जिहड़ियां बाबा तेजा सिंह कोल सी। इन्नी ज़्यादा पढ़ाई सी। ते उस वेले बाबा तेजा सिंह जी कहन लगे संत मातर महाराज बाबा अतर सिंह जियां नूं, कहंदे महाराज मैनू गुरु नानक देव साहब के घर का पल्ला मैं फड़िया होया,
ਮੈਨੂੰ ਇਹ ਵਿਦਿਆ, ਮੈਨੂੰ ਇਹ ਕਿਰਪਾ ਬਖਸ਼ਿਸ਼ ਦਾ ਪਾਤਰ ਬਣਾਓ। ਤਾਂ ਪਹਿਲਾਂ ਹੀ ਬਚਨ ਬਾਬਾ ਆਤਰ ਸਿੰਘ ਜੀ ਨੇ ਜਿਹੜਾ ਆਖਿਆ ਸੀ ਨਾ, ਦਾਸ ਨੇ ਪੜ੍ਹਿਆ, ਜੋ ਇੱਕ ਸੁਣਿਆ ਹੁੰਦਾ ਇੱਕ ਪੜ੍ਹਿਆ ਹੁੰਦਾ। ਕਹਿੰਦੇ ਤੇਜਾ ਸਿੰਘ, ਗੁਰੂ ਨਾਨਕ ਦੇਵ ਸਾਹਿਬ ਦੇ ਘਰ ਦਾ ਕੂਕਰ ਜੇ ਬਣਨਾ ਤਾਂ ਕਹਿੰਦੇ ਯਾਦ ਰੱਖੀ, ਜਿੱਥੇ ਦੁਨੀਆ ਭਰ ਦੀ ਵਿਦਿਆ ਖਤਮ ਹੁੰਦੀ ਹੈ ਉੱਥੋਂ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਦੀ ਵਿਦਿਆ ਸ਼ੁਰੂ ਹੁੰਦੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਇਹ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ। ਸਿੱਖ ਲੈ ਜਿੰਦੇ ਢੰਗ ਗੁਰਾਂ ਕੋਲੋਂ ਜਿਉਣ ਦਾ, 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 ਸਿੱਖ ਲੈ ਜਿੰਦੇ ਢੰਗ ਗੁਰਾਂ ਕੋਲੋਂ ਜਿਉਣ ਦਾ। ਤਾਂ ਸਿੱਖ ਲੈ ਜਿੰਦੇ ਢੰਗ ਗੁਰਾਂ ਕੋਲੋਂ ਜਿਉਣ ਦਾ, ਸਿੱਖ ਲੈ ਜਿੰਦੇ ਤੂੰ ਢੰਗ ਗੁਰਾਂ ਕੋਲੋਂ ਜਿਉਣ ਦਾ, ਸਿੱਖ ਲੈ ਜਿੰਦੇ 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 ਢੰਗ ਗੁਰਾਂ ਕੋਲੋਂ ਜਿਉਣ ਦਾ। ਵੇਖੋ ਜਿਵੇਂ ਜਿਵੇਂ ਜ਼ਿੰਦਗੀ ਦਾ ਐਕਸਪੀਰੀਅੰਸ ਵੱਧਦਾ ਹੈ, ਪ੍ਰੈਕਟੀਕਲ, ਇੱਕ ਹੁੰਦਾ ਸੁਣਨਾ ਸੁਣਾਉਣਾ, ਇੱਕ ਹੁੰਦਾ ਪ੍ਰੈਕਟੀਕਲ। ਬਹੁਤ ਚੀਜ਼ਾਂ ਤੁਹਾਡੀ ਵੀ ਜ਼ਿੰਦਗੀ ਦੀਆਂ ਪ੍ਰੈਕਟੀਕਲ ਨੇ, ਸਾਡੀਆਂ ਵੀ ਪ੍ਰੈਕਟੀਕਲ ਨੇ। ਅਤੇ ਉਹਦੇ ਵਿੱਚ ਨਾ ਜੇ ਕੋਈ ਬਹੁਤ ਚੰਗਾ ਕੰਮ ਹੋਵੇ, ਆਪਾਂ ਉਹ ਕੰਮ ਕਰੀਏ ਨਾ, ਅਤੇ ਉਹਨੂੰ ਆਪਾਂ ਪਰਿਵਾਰ ਵਿੱਚ ਬੈਠ ਕੇ ਆਖਦੇ ਹਾਂ ਵੀ ਬਹੁਤ ਦੇਰੀ ਹੋ ਗਈ ਹੈ, ਆਪਾਂ ਨੂੰ ਕਰ ਲੈਣਾ ਚਾਹੀਦਾ ਸੀ। ਇੱਕ ਹੁੰਦਾ ਅੱਜ ਕੱਲ੍ਹ ਜਿਹੜੇ ਵਹਿਮ ਭਰਮ ਜਾਂ ਕਹਿ ਲਓ ਸੱਚ ਕਹਿ ਲਓ, ਕੁਝ ਹੱਦ ਤੱਕ ਸੱਚ ਵੀ ਹੈ, ਵੀ ਜਿਵੇਂ ਪਖੰਡ ਚੱਲ ਰਿਹਾ ਸਿੱਖ ਧਰਮ ਦੇ ਵਿੱਚ, ਅੰਧ ਵਿਸ਼ਵਾਸ ਚੱਲ ਰਿਹਾ, ਉਹਦੇ ਨਾਲ ਆਪਾਂ ਸਹਿਮਤ ਨਹੀਂ ਹੈਗੇ। ਪਖੰਡ ਹੈ ਹੀ ਨਹੀਂ, ਗੁਰੂ ਨਾਨਕ ਦੇਵ ਸਾਹਿਬ ਨੇ ਆਪਾਂ ਨੂੰ ਪਖੰਡ ਦਿੱਤੇ ਹੀ ਨਹੀਂ, ਗੱਲ ਮੁਕਾ ਦਿਓ। ਸਤਿਗੁਰੂ ਮਹਾਰਾਜ ਜੀ ਤਾਂ ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਗੁਰਾਂ ਨੇ ਤਾਂ ਪ੍ਰਕਾਸ਼ ਦਿੱਤਾ ਆਪਾਂ ਨੂੰ, ਧੁੰਦ ਤਾਂ ਅਗਿਆਨ ਵਾਲੀ ਦਿੱਤੀ, ਉਹ ਨਹੀਂ, ਗੱਲ ਮੁਕਾ ਦਿਓ। ਇਹ ਤਾਂ ਗੁਰਸਿੱਖ ਨੂੰ ਨੇਤਰ ਸਹਿਜੇ ਮਿਲ ਜਾਂਦੇ ਨੇ। ਅਤੇ ਆਪਾਂ ਕੌਣ ਬੈਠੇ ਹਾਂ? ਆਪਾਂ ਗ੍ਰਸਤੀ ਬੈਠੇ ਹਾਂ। ਤੁਹਾਡੇ ਵਿੱਚ ਅਣਗਿਣਤ ਗੁਰਸਿੱਖ ਬੈਠੇ ਨੇ, ਮੇਰੇ ਪਰਮ ਮਿੱਤਰ ਬਾਬਾ ਪਰਮਜੀਤ ਸਿੰਘ ਜੀ ਅਹਿਰਮਾਂ ਵਾਲੇ ਬੈਠੇ ਨੇ ਮੇਰੇ ਸਾਹਮਣੇ, ਜਿਨ੍ਹਾਂ ਦੇ ਸਾਹਮਣੇ ਮੇਰੀ ਬੋਲਣ ਦੀ ਔਕਾਤ ਨਹੀਂ ਹੈ। ਐਸੇ ਗੁਰਸਿੱਖ ਗ੍ਰਸਤ ਵਿੱਚ ਰਹਿਣ ਵਾਲੇ, ਗ੍ਰਸਤ ਵਿੱਚ ਰਹਿਣ ਵਾਲੇ ਆਪਾਂ ਸਾਰੇ ਹਾਂ ਨਾ। ਅਸੀਂ ਐਕਸਪੀਰੀਅੰਸ ਦੇ ਵਿੱਚੋਂ, ਆਪਣੇ ਨਿੱਜੀ ਤਜਰਬੇ ਵਿੱਚੋਂ ਇਹ ਬਚਨ ਕਰਦੇ ਹਾਂ ਵੀ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਦਾ ਪੱਲਾ ਫੜਨ ਦੀ ਦੇਰੀ ਨਾ ਕਰੋ। ਇਹ ਬਹੁਤ ਜ਼ਰੂਰੀ ਅਤੇ ਚੰਗਾ ਕੰਮ ਹੈ ਸਾਡੀ ਜ਼ਿੰਦਗੀ ਦਾ। ਇਹਨੂੰ ਦੇਰੀ ਨਾ ਕਦੇ ਕਰੋ। ਇਹਦੇ ਬਾਰੇ ਸੋਚੋ ਨਾ ਵੀ ਕਰੀਏ ਜਾਂ ਨਾ ਕਰੀਏ, ਨਹੀਂ, ਇਹੋ ਹੀ ਤਾਂ ਕਰਨ ਆਏ ਆ। ਤੁਸੀਂ ਬਾਣੀ ਪੜ੍ਹਨ ਲੱਗ ਜਾਓ, ਇੱਕ ਇੱਕ ਅੰਗ 'ਤੇ ਇਹ ਗੱਲ ਆਵੇਗੀ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਅਤੇ ਹੁਣ ਇਹ ਤੋਂ ਵੱਧ ਸਪਸ਼ਟੀਕਰਨ ਕੀ ਚਾਹੀਦਾ? ਆਪਾਂ ਸਪਸ਼ਟੀਕਰਨ ਹੀ ਮੰਗਦੇ ਹਾਂ ਕਿਸੇ ਗੱਲ ਦਾ। ਜਦੋਂ ਕੋਈ ਸੰਸਾਰੀ ਗੱਲ ਕਰਦੇ ਹਾਂ ਵੀ ਸਪਸ਼ਟੀਕਰਨ ਦੇ, ਅਤੇ ਆਹ ਸਤਿਗੁਰਾਂ ਨੇ ਕਿੰਨੇ ਸਪਸ਼ਟੀਕਰਨ ਦਿੱਤੇ ਹੋਏ ਨੇ, ਬੰਦਾ ਟਸ ਤੋਂ ਮਸ ਨਹੀਂ ਹੁੰਦਾ। ਅਤੇ ਫਿਰ ਉੱਥੇ ਇੰਨਾ ਵੀ ਲਿਖਿਆ, ਕਹਿੰਦੇ ਉਹ ਬੰਦਿਆ, ਜੇ ਤੂੰ ਗੁਰੂ ਦਾ ਪੱਲਾ ਨਹੀਂ ਫੜਦਾ, ਬੇਮੁਖ ਹੋਇਆ ਪਿਆ ਸਤਿਗੁਰਾਂ ਤੋਂ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਫਿਰ ਕਹਿੰਦੇ ਪਸ਼ੂ ਮਿਲੈ ਚੰਗਿਆਈਆਂ ਖੜ ਖਾਵੈ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ। ਆ ਪਸ਼ੂਆਂ ਦੇ ਹਵਾਲੇ ਦੇ ਕੇ ਦੱਸਿਆ ਪਿਆ। ਕਬੀਰ ਸਾਕਤ ਤੇ ਸੂਕਰ ਭਲਾ ਰਾਖਾ ਆਛਾ ਗਾਉ, ਉਹ ਸਾਕਤ ਬੱਪਰਾ ਮਰ ਗਿਆ ਕੋਈ ਨਾ ਲੈ ਹੈ ਨਾਉ। ਕਿੱਥੇ ਅਸੀਂ ਸੁੱਤੇ ਪਏ ਹਾਂ? ਕਿਤੇ ਨਾ ਕਿਤੇ ਜ਼ਿੰਦਗੀ ਦੀ ਸਭ ਤੋਂ ਵੱਡੀ ਮਿਸਟੇਕ ਕਰੀ ਜਾਂਦੇ ਹਾਂ ਅਸੀਂ, ਗੁਰੂ ਦਾ ਦਰ ਛੱਡ ਕੇ। ਗੁਰੂ ਦੇ ਦਰ ਨੂੰ ਪਹਿਲ, ਬਾਕੀ ਕੰਮ ਦੂਜੇ ਨੰਬਰ 'ਤੇ। ਸੋ ਉੱਥੇ ਕਹਿਣ ਲੱਗੇ ਤੇਜਾ ਸਿਆਂ, ਗੁਰੂ ਨਾਨਕ ਦੇਵ ਸਾਹਿਬ ਦੇ ਘਰ ਦੀ ਵਿੱਦਿਆ ਇੱਥੋਂ ਸ਼ੁਰੂ ਹੁੰਦੀ ਹੈ। ਦੁਨੀਆ ਦੀ ਵਿੱਦਿਆ ਦੁਨੀਆ ਤੱਕ ਹੀ ਸੀਮਤ ਰਹਿ ਸਕਦੇ, ਜਿੱਥੇ ਆਤਮਿਕ ਮਾਰਗ ਹੈ ਨਾ, ਆਤਮਿਕ ਆਨੰਦ, ਆਤਮਿਕ ਖੁਰਾਕ। ਸੋ ਉਹ ਸਾਧ ਸੰਗਤ ਸਾਨੂੰ ਗੁਰੂ ਦੇ ਸਮਰਪਿਤ ਹੋਣਾ ਪਵੇਗਾ। ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈ ਹੈ। ਉੱਥੇ ਇਹ ਚਾਕਰ ਲੱਗਾ ਚਾਕਰੀ ਨਾਲੇ ਗਾਰ ਵਿਵਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸਨੋਂ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ। ਇਹ ਸਾਡੀ ਝੋਲੀ ਮਹਾਰਾਜ ਬਚਨ ਪਾਉਂਦੇ ਨੇ ਵੀ ਸਿੱਖਾ, ਜੇ ਗੁਰੂ ਨਾਨਕ ਦੇਵ ਸਾਹਿਬ ਦੇ ਦਰ ਦੀਆਂ ਖੁਸ਼ੀਆਂ ਲੈਣੇ ਨੇ, ਇਉਂ ਮਿਲਣਗੀਆਂ। ਤਾਂ ਹੁਣ ਪਹਿਲੇ ਨੇ ਜੂਏ 'ਤੇ ਲਾ ਦਿੱਤਾ, ਉਹ ਜਿਹੜਾ ਰੁਪਈਆ ਸੀ, ਟਕਾ ਕਹਿ ਲਓ,
ਵੀ ਨਿਕੜ ਆਇਆ ਤਾਂ ਸਭ ਕੁਝ ਠੀਕ, ਨਾ ਨਿਕਲਿਆ ਤਾਂ ਵੇਖੀ ਜਾਵੇਗੀ। ਦੂਜੇ ਨੇ ਕੂੜਾ ਕਰਕਟ ਖਰੀਦ ਲਿਆ, ਉਹਨੇ ਮਹਿਲਾਂ ਦੇ ਵਿੱਚ ਸਾਰੇ ਸ਼ਹਿਰ ਦੀ ਗੰਦਗੀ ਪਾ ਲਈ, ਰੂੜੀਆਂ ਹੋਰ ਉਰਾ ਪਰਾ ਕਮਰੇ ਭਰ ਦਿੱਤੇ, ਪਿਤਾ ਨੂੰ ਦਿਖਾਉਣੇ ਨੇ ਵੀ ਆਹ ਪਏ ਨੇ ਭਰੇ। ਤੇ ਤੀਜਾ ਜਿਹੜਾ ਸੀ ਨਾ ਗੁਰਮੁਖ ਦਾ ਹੋ ਗਿਆ ਸੰਗ, ਜਾਗੀ ਰੂਹ ਦਾ, ਕਹਿੰਦਾ ਮੈਨੂੰ 50 ਪੈਸੇ ਦੇ ਦੇ, 50 ਤੂੰ ਆਪਣੇ ਕੋਲੇ ਰੱਖ ਲੈ। ਕਹਿੰਦੇ ਜੀ ਫਿਰ ਸ਼ਹਿਰ ਵਿੱਚ ਗਿਆ। ਉਸ ਵੇਲੇ ਦਾ ਸਮਾਂ ਸਮਝਣ ਵਾਸਤੇ ਤੇਲ ਲੈ ਲਿਆ, ਮਸਾਲਾਂ ਲੈ ਲਈਆਂ, ਅਗਰਬੱਤੀ ਲੈ ਲਈ। ਹੁਣ ਮਹਿਲ ਵਿੱਚ ਹਨੇਰਾ ਸੀ ਤੇ ਮਸਾਲਾਂ ਜਗਾ ਦਿੱਤੀਆਂ, ਖੂੰਜੇ ਖੂੰਜੇ ਕਮਰੇ ਕਮਰੇ ਸਾਰੇ ਮਸਾਲਾਂ ਜਗਾ ਦਿੱਤੀਆਂ, ਅਗਰਬੱਤੀ ਸੁਗੰਧੀ ਧੂਪ ਲਾ ਦਿੱਤੀ। ਤੇ ਇੱਧਰੋਂ ਉਹ ਮਿੱਥਿਆ ਦਿਨ ਆ ਗਿਆ, ਰਾਜੇ ਨੂੰ ਬੁਲਾਇਆ, ਵਜ਼ੀਰ ਆ ਗਏ, ਸਾਰੇ ਚੈੱਕ ਕਰਨ ਲੱਗੇ। ਪਹਿਲਾਂ ਛੋਟੇ ਪੁੱਤਰ ਨੂੰ ਕਹਿੰਦੇ ਲਿਆ ਬੇਟਾ ਵਿਖਾ ਤੇਰਾ ਮਹਿਲ, ਕੀ ਲਿਆਂਦਾ ਤੂੰ ਉਹਨਾਂ ਪੈਸਿਆਂ ਦਾ। ਇਹ ਪੈਸੇ ਨੇ ਆਪਣੇ ਸਵਾਸ, ਧਿਆਨ ਰੱਖਣਾ, ਮਹਿਲ ਆਪਣਾ ਸਰੀਰ, ਇਹਦਾ ਧਿਆਨ ਰੱਖਣਾ। ਰਾਜਿਆਂ ਦੇ ਰਾਜੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਤੇ ਹੁਣ ਕਹਿੰਦੇ ਲਿਆ ਮਹਿਲ ਦਿਖਾ ਤੇਰਾ, ਇਹ ਮਹਿਲ ਦੇ ਵਿੱਚ ਕੀ ਹੈ ਤੇਰੇ ਮਹਿਲ ਦੇ ਵਿੱਚ। ਹੁਣ ਜਦੋਂ ਪੁੱਛਿਆ ਉਹ ਕਹਿਣ ਲੱਗਿਆ ਜੀ ਮੈਂ ਤਾਂ ਉਹ ਜਿਹੜਾ ਟਕਾ ਦਿੱਤਾ ਸੀ, ਰੁਪਈਆ ਦਿੱਤਾ ਸੀ, ਮੈਂ ਤਾਂ ਜੂਏ 'ਤੇ ਲਾ ਦਿੱਤਾ, ਤੇ ਜੂਏ 'ਤੇ ਲਾਇਆ ਉਹ ਮੈਨੂੰ ਨਿਕਲਿਆ ਨਹੀਂ, ਮਾਰੋ ਭਾਵੇਂ ਛੱਡੋ, ਮੇਰਾ ਤਾਂ ਮਹਿਲ ਖਾਲੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਉਹ ਪਹਿਲੀ ਜਿਹੜੀ ਅਵਸਥਾ ਦੇ ਲੋਕ ਨੇ ਉਹਨਾਂ ਬਾਬਤ ਗੁਰੂ ਅਮਰਦਾਸ ਮਹਾਰਾਜ ਜੀ ਕੀ ਲਿਖਦੇ ਨੇ। ਹੁਣ ਵੇਖੋ ਕਿੱਡਾ ਸੋਹਣਾ ਮਹਾਰਾਜ ਜੀ ਸਾਨੂੰ ਸਮਝਾਉਣ ਵਾਸਤੇ, ਸਾਡਾ ਭਲਾ ਕਰਨ ਵਾਸਤੇ ਕਿਵੇਂ ਮਹਾਰਾਜ ਜੀ ਇਉਂ ਨਾ ਬਸ ਰਸਨਾ ਉਹ ਸ਼ਬਦਾਂ ਨੂੰ ਬਿਆਨ ਨਹੀਂ ਕਰ ਸਕਦੀ, ਇੰਨਾ ਸੋਹਣਾ ਲਿਖਿਆ। ਹੁਣ ਵੇਖੋ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਆ ਹਾਰਿਆ। ਆਹ ਕੀ ਲਿਖਿਆ ਹੋਇਆ ਦੱਸੋ, ਇਹਦਾ ਜਵਾਬ ਹੈ ਆਪਣੇ ਕੋਲੇ। ਹੁਣ ਬਾਹਰੋਂ ਤਾਂ ਅਸੀਂ ਲਿਸ਼ਕਦੇ ਹਾਂ, ਬੀਬੀਆਂ ਨੇ ਟੂਮਾਂ ਪਾ ਲੀਆਂ, 10-10 ਹਜ਼ਾਰ ਦੇ ਸੂਟ ਪਾ ਲਏ, ਬਿਊਟੀ ਪਾਰਲਰ 'ਤੇ ਜਾ ਕੇ ਲੇਪਾ ਪੋਚੀ ਕਰ ਲਈ, ਹੁਣ ਬਾਹਰੋਂ ਤਾਂ ਨਿਰਮਲ ਬਣ ਗਏ। ਆਪਾਂ ਵੀ ਜਿੰਨੀ ਜਿੰਨੀ ਪਹੁੰਚ ਹੈ ਕਿਸੇ ਦੀ, ਪਰਫਿਊਮ ਲਾ ਲਿਆ, ਚੰਗੇ ਬੂਟ ਸ਼ੂਟ ਪਾ ਲਏ, ਸੋਹਣੇ ਬਣ ਕੇ ਦੁਨੀਆ ਵਿੱਚ ਬੈਠੇ ਆ। ਪਰ ਮਹਾਰਾਜ ਕਹਿੰਦੇ ਅੰਦਰੋਂ ਕਾਲੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੰਦਰੋਂ ਕਾਲੇ। ਤੇ ਫਿਰ ਮਹਾਰਾਜ ਜੀ ਨੇ ਕਹਿ ਦਿੱਤਾ ਸੀਸ ਨਿਵਾਇਆ ਕਿਆ ਥੀਆ ਜਾਓ ਹਿਰਦੈ ਕਸੁੱਧੇ ਜਾਹੇ। ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਹ ਕਿਹਦੇ ਵਾਸਤੇ? ਪਹਿਲਾਂ ਮੇਰੇ ਵਾਸਤੇ, ਲਿਹਾਜ਼ ਨਹੀਂ, ਫਿਰ ਤੁਹਾਡੇ ਸਾਰਿਆਂ ਵਾਸਤੇ। ਕਿਸੇ ਨੂੰ ਨਹੀਂ ਬਖਸ਼ਦੇ ਮਹਾਰਾਜ ਇਸ ਤਰ੍ਹਾਂ ਵੀ ਮਾਂ ਪਿਓ ਬੱਚੇ ਨੂੰ ਝੂਠਾ ਲਾੜ ਲੜਾਵੇ ਤੇ ਕੰਮ ਜਿਹੋ ਜਿਹੇ ਮਰਜ਼ੀ ਗੰਦੇ ਕਰੀ ਜਾਵੇ। ਕਦੇ ਹੈ ਕੋਈ ਮਾਂ ਪਿਓ ਐਸਾ ਵੀ ਬੇਟਾ ਮੈਂ ਤੈਨੂੰ ਪਿਆਰ ਵੀ ਕਰਾਂਗਾ ਤੇ ਤੂੰ ਦੁਨੀਆ ਭਰ ਦੇ ਗੰਦੇ ਕੰਮ ਵੀ ਕਰੀ ਜਾ? ਕੋਈ ਮਾਂ ਪਿਓ ਕਹਿ ਸਕਦਾ ਬਾਂਹ ਖੜੀ ਕਰਕੇ ਵੀ ਹਾਂ ਮੈਂ ਆਪਣੇ ਬੱਚਿਆਂ ਨੂੰ ਇਹੀ ਸਿੱਖਿਆ ਦਿੰਦਾ? ਨਹੀਂ। ਮਾਂ ਪਿਓ ਕਹਿੰਦਾ ਬੇਟਾ ਪਿਆਰ ਤੈਨੂੰ ਰੱਜ ਕੇ ਕਰਾਂਗਾ ਪਰ ਗਲਤ ਪਾਸੇ ਨਾ ਜਾਈਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹੀ ਕਹਿੰਦੇ ਨੇ, ਸਿੱਖਾ ਮੈਂ ਤੇਰੇ ਕੱਪੜੇ ਨਹੀਂ ਵੇਖਣੇ, ਮੈਂ ਤੇਰੀ ਹਾਈਟ ਨਹੀਂ ਵੇਖਣੀ, ਮੈਂ ਤੇਰਾ ਸਿਉਣਾ ਨਹੀਂ ਵੇਖਣਾ, ਮੈਂ ਤੇਰਾ ਹਿਰਦਾ ਵੇਖਣਾ, ਤੇਰੇ ਅੰਦਰ ਸ਼ੁੱਧਤਾਈ ਕਿੰਨੀ ਹੈ। ਤੇ ਜਿਹੜੀ ਸ਼ੁੱਧਤਾਈ ਹੁੰਦੀ ਹੈ ਨਾ ਉਹਨਾਂ ਦੀ ਬਾਬਤ ਲਿਖਿਆ ਪਿਆ ਮਹਾਰਾਜ ਨੇ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿਨ ਨੇਹੋਂ ਲੱਗਾ ਰੱਬ ਸੇਤੀ। ਉਹ ਅੱਜ ਪਾਗਲ ਦੁਨੀਆ ਨਾ ਰੱਬ ਦਿਖਾਓ ਰੱਬ। ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਪੜ੍ਹੋ, ਰੱਬ ਰੱਬ ਮਹਾਰਾਜ ਨੇ 2 ਅੰਗ ਛੱਡ ਕੇ ਤੀਜੇ ਅੰਗ ਤੇ ਰੱਬ ਸ਼ਬਦ ਆ ਜਾਂਦਾ, ਰੱਬ ਸ਼ਬਦ। ਤੇ ਇੱਕ ਮੈਂ ਬੇਨਤੀ ਕਰਦਾ ਹੁੰਦਾ ਵੀ ਉਹ ਨਾ ਜਿਹੜੇ ਸ਼ੌਂਕ ਵਾਲੇ ਨੇ, ਲਗਨ ਵਾਲੇ ਨੇ, ਉਹਨਾਂ ਨੇ ਉਹ ਆਂਕੜੇ ਕੱਢੇ ਹੋਏ ਨੇ ਵੀ ਇੰਨੇ ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਹਿਗੁਰੂ ਸ਼ਬਦ ਆਉਂਦਾ ਹੈ, ਇੰਨੇ ਵਾਰ ਅੱਲਾ ਆਉਂਦਾ ਹੈ, ਇੰਨੇ ਵਾਰ ਖੁਦਾ ਆਉਂਦਾ ਹੈ। ਜੇ ਤੁਹਾਡੇ ਵਿੱਚ ਕੋਈ ਐਸਾ ਸੱਜਣ ਬੈਠਾ ਨਾ, ਰੱਬ ਸ਼ਬਦ ਵੀ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇੱਕ ਪੰਗਤੀ 'ਚ 2-2 ਵਾਰ ਆਉਂਦਾ ਹੈ। ਫਰੀਦਾ ਪਿਛਲ ਰਾਤ ਨਾ ਜਾਗਿਓ ਹੈ ਜੀਵ ਅੰਦੜੋ ਮੋਇਓ ਹੈ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਇਹ 2-2 ਵਾਰੀ ਰੱਬ 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 ਦਿਖਾਉਣਾ ਕੀ ਹੈ? ਕਹਿੰਦੇ ਰੱਬ ਦਿਖਾਓ। ਨਹੀਂ ਭਾਈ, ਇਹ ਸਾਰਾ ਸੰਸਾਰ ਰੱਬ ਦੇ ਆਸਰੇ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਡੀ ਇਹ ਤੋਂ ਘੱਟ ਸ਼ਰਧਾ ਨਹੀਂ ਹੋ ਸਕਦੀ, ਨਾ ਹੀ ਕੋਈ ਕਰ ਸਕਦਾ ਨਾ ਕਰਾ ਸਕਦਾ ਹੈ। ਸੋ ਉੱਥੇ ਫਿਰ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਮੈਲੇ, ਤਿੰਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਬੇਦਾਂ ਮੈਂ ਨਾਮ ਉੱਤਮ ਸੋ ਸੁਣਹਿ ਨਾਹੀ, ਫਿਰ ਹੈ ਜਿਉਂ ਬੇਤਾਲੇ ਆ। ਕਹੋ ਨਾਨਕ ਜਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਇਸ ਤਰ੍ਹਾਂ ਦੇ ਬਚਨ ਮਹਾਰਾਜ ਜੀ ਨੇ ਲਿਖ ਦਿੱਤੇ ਗੁਰਬਾਣੀ ਵਿੱਚ ਮੇਰੇ ਵਾਸਤੇ।
जिन्नी ऐसा हर नाम न चेत्यो से काहे जग आए राम राजे। यह मानस जन्म दुलंभ है। मानस जन्म दुलंभ है, नाम बिना सब जाए। हुण बतहर नाम न बीजे हर नाम न बीजियो। अगे भुखा क्या खाए, मन मुखा नो फिर जन्म है। मुखा नो फिर जन्म है, नानक हर पाए। जिन्निया सहार नाम ना चेत्यो। ਉਹਨਾਂ ਨੇ ਤਾਂ ਗੁਰਮੁਖੋ ਜਨਮ ਜਿਹੜਾ ਨਾ ਜੂਏ ਦੇ ਵਿੱਚ ਹਾਰ ਦਿੱਤਾ, ਦਾ ਤੇ ਲਾ ਦਿੱਤਾ। ਮਿਲਿਆ ਸੀ ਮਨੁੱਖਾ ਜਨਮ ਤੇ ਫਿਰ ਉਹਨੂੰ ਜੂਏ ਵਿੱਚ ਹਾਰ ਗਏ। ਬਾਹਰੀ ਦਿਖਾਵੇ ਵਿੱਚ ਰਹਿ ਗਏ ਵੀ ਦੁਨੀਆ ਸੋਹਣਾ ਆਖੇ, ਗੁਰੂ ਤੋਂ ਆਪਾਂ ਕੀ ਲੈਣਾ। ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨਸ਼ਾਰ। ਪਰ ਜਦੋਂ ਫਿਰ ਇਹ ਵਣਜ ਕਰਦਾ ਕਰਦਾ ਨਾ, ਵਪਾਰ ਕਰਦਾ ਕਰਦਾ, ਇਹਨੂੰ ਕੋਈ ਚੇਟਕ ਲੱਗ ਜਾਵੇ, ਕਿਸੇ ਗੁਰਮੁਖ ਦਾ ਪੱਲਾ ਫੜ ਲਵੇ ਤੇ ਉਹ ਗੁਰਮੁਖ ਕਹਿ ਦੇਵੇ ਆ ਤੈਨੂੰ ਬਾਣੀ ਨਾਲ ਜੋੜਾਂ, ਆ ਤੈਨੂੰ ਸ਼ਬਦ ਨਾਲ ਜੋੜਾਂ। ਫਿਰ ਕੀ ਹੁੰਦਾ ਹੈ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ। ਫਿਰ ਅੰਦਰ ਸੱਚਾ ਪ੍ਰੇਮ ਵੀ ਲੱਗ ਜਾਂਦਾ। ਇਹ ਤਾਂ ਇਹ ਵੇਖਣਾ ਵੀ ਆਪਾਂ ਖੜ ਕਿੱਥੇ ਗਏ, ਰੁਕ ਕਿੱਥੇ ਗਏ। ਤਾਂ ਰਹੋ ਵਿਚਾਰ ਦੂਜੇ ਦੇ ਮਹਿਲਾਂ ਵਿੱਚ ਲਿਆ ਬਈ ਵਿਚਕਾਰ ਵਾਲਾ ਜਿਹੜਾ ਰਾਜਕੁਮਾਰ ਸੀ, ਤੇਰੇ ਮਹਿਲਾਂ ਵਿੱਚ ਕੀ ਹੈ। ਉੱਥੇ ਜਦੋਂ ਗਏ ਗੁਰਮੁਖੋ, ਉੱਥੇ ਤਾਂ ਫਿਰ ਸਭ ਦੇ ਨੱਕਾਂ 'ਤੇ ਪੱਲੇ ਲੱਗ ਗਏ, ਨੱਕਾਂ 'ਤੇ ਪੱਲੇ ਲੱਗ ਗਏ। ਥੂ ਥੂ ਕਰਦੇ ਨੇ ਸਾਰੇ। ਕਹਿੰਦੇ ਰਾਜਾ ਕਿੱਥੇ ਲਿਆ ਖੜਾਇਆ। ਕਹਿੰਦੇ ਉਹ ਤੂੰ ਕੀ ਕੀਤਾ ਹੈ। ਕਹਿੰਦਾ ਬਾਪੂ ਜੀ ਜਦੋਂ ਜਿਹੜਾ ਟਕਾ ਦਿੱਤਾ ਉਹਦਾ ਇੰਨਾ ਹੀ ਕੁਛ ਆਉਣਾ ਸੀ ਨਾ, ਫਿਰ ਤੁਸੀਂ ਮਹਿਲ ਭਰਨ ਨੂੰ ਆਖਿਆ ਸੀ, ਮੈਂ ਭਰ ਦਿੱਤਾ। ਬਸ ਹੁਣ ਇਹ ਗੱਲ ਕਿਹਦੀ ਹੈ, ਦੂਜੇ ਦਰਜੇ ਦੇ। ਆਹ ਮਹਾਰਾਜ ਨੇ ਬਾਣੀ ਵਿੱਚ ਲਿਖੇ ਪਏ ਨੇ, ਦੂਜੇ ਦਰਜੇ ਦੇ ਲੋਕ ਕਹਿੰਦੇ ਸਰੀਰ ਮਿਲਿਆ ਸੋਹਣਾ ਸੁੰਦਰ ਦੇਹੀ ਮਿਲੀ, ਪਰ ਇਹਨੂੰ ਤ੍ਰਿਪਤ ਕਰਨ ਵਾਸਤੇ, ਇਹਨੂੰ ਰਜਾਉਣ ਵਾਸਤੇ ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਤੇ ਪੀਂਦਾ ਸ਼ਰਾਬਾਂ, ਹੱਡ ਖਾਂਦਾ, ਬੱਕਰਿਆਂ ਦੇ ਬੱਕਰੇ ਵੱਢਦਾ, ਤੇ ਪਤਾ ਨਹੀਂ ਮੋਰ ਵਰਗੇ ਪੰਛੀ, ਤਿੱਤਰਾਂ ਵਰਗੇ ਪੰਛੀ। ਕਹਿੰਦਾ ਕੱਲਾ ਲੜਕਾ ਕਿਹੜਾ ਬਾਰ-ਬਾਰ ਜੰਮਣਾ, ਬਾਰ-ਬਾਰ ਵਿਆਹ ਹੋਣੇ ਨੇ, ਤੇ 200 ਤਿੱਤਰ। ਕਹਿੰਦਾ ਤਿੱਤਰ ਦਾ ਮੀਟ ਚਾਹੀਦਾ, ਤਿੱਤਰ ਦਾ। ਇਉਂ ਭਰਦਾ ਫਿਰ ਇਹ ਇਸ ਮਹਿਲ ਨੂੰ, ਉਹ ਖੁਰਾਕਾਂ ਖਾ ਖਾ ਕੇ ਭਰਦਾ। ਤੇ ਇਹ ਵੀ ਫਿਰ ਉਹ ਗੱਦੀ ਤੋਂ ਵਾਂਝਾ ਰਹਿ ਗਿਆ। ਇਹਨੂੰ ਵੀ ਉਹ ਰਾਜ ਭਾਗ ਵਾਲਾ ਤਿਲਕ ਨਹੀਂ ਮਿਲਿਆ, ਕਿਉਂਕਿ ਇਹਨੇ ਉਹ ਕੰਮ ਹੀ ਨਹੀਂ ਕੀਤਾ ਜਿਹਦੇ ਨਾਲ ਪਿਤਾ ਨੇ ਖੁਸ਼ ਹੋਣਾ ਸੀ, ਗੁਰੂ ਨੇ ਖੁਸ਼ ਹੋਣਾ ਸੀ, ਪ੍ਰਸੰਨ ਹੋਣਾ ਸੀ। ਸਾਰੇ ਪੁੱਠੇ ਕੰਮ ਕਰਨ ਲੱਗਿਆ ਸਰੀਰ ਨੂੰ। ਜਦੋਂ ਆਪਾਂ ਪੜ੍ਹਦੇ ਹਾਂ ਹਰ ਮੰਦਰ ਇਹੋ ਸਰੀਰ ਹੈ, ਹਰ ਦਾ ਭਾਵ ਹੈ ਹਰੀ ਪਰਮੇਸ਼ਰ, ਮੰਦਰ ਘਰ, ਇਹ ਪਰਮੇਸ਼ਰ ਦੇ ਰਹਿਣ ਦਾ ਘਰ ਹੈ, ਰੱਬ ਦੇ ਰਹਿਣ ਦਾ ਘਰ ਹੈ। ਤੇ ਸਾਧ ਸੰਗਤ ਉਹ ਰੱਬ ਦੇ ਘਰ ਵਿੱਚ ਆਪਾਂ ਖੁਰਾਕਾਂ ਕੀ ਪਾ ਰਹੇ ਹਾਂ। ਅਜੇ ਪੁੱਛਦਾ ਫਿਰਦਾ ਮੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਜੇ 5 ਰਤਨੀ ਸ਼ਰਾਬ ਪੀ ਲਈ ਤਾਂ ਕੀ ਹੁੰਦਾ ਹੈ। ਤੇ ਗੁਰਮੁਖੋ ਜੇ ਹਰ ਮੰਦਰ ਹੈ, ਇਹ ਹਰੀ ਦਾ ਮੰਦਰ ਹੈ ਇਹ ਸਰੀਰ, ਫਿਰ ਪੁੱਛਣ ਵਾਲੀ ਤਾਂ ਗੱਲ ਹੀ ਨਹੀਂ ਰਹਿ ਗਈ। ਕੋਈ ਕਦੇ ਰੱਬ ਸ਼ਰਾਬ ਪੀਂਦਾ, ਕਦੇ ਰੱਬ ਮੀਟ ਖਾਂਦਾ ਹੈ? ਨਹੀਂ, ਉਹਨੇ ਤਾਂ ਸਾਰੇ ਪੰਛੀ ਆਜ਼ਾਦ ਬਣਾਏ ਨੇ। ਫਿਰ ਕਹਿੰਦਾ ਜੇ ਬੱਕਰੇ ਨਾ ਵੱਢੀਏ, ਮੁਰਗੇ ਨਾ ਵੱਢੀਏ, ਫਿਰ ਤਾਂ ਦੁਨੀਆ 'ਤੇ ਬੱਕਰੇ ਹੋ ਜਾਣਗੇ, ਮੁਰਗੇ ਹੋ ਜਾਣਗੇ। ਫਿਰ ਇਉਂ ਤਾਂ ਫਿਰ ਲੜ ਕੇ ਆਬਾਦੀ ਵਧੀ ਜਾਂਦੀ ਹੈ। ਪੁੱਤ ਵੀ ਫਿਰ ਆਪਣੇ ਜਿਹੜੇ ਨੇ ਨਾ, ਆਬਾਦੀ ਵੀ ਬਹੁਤ ਵੱਧ ਗਈ ਇਹਨਾਂ ਦਾ। ਫਿਰ ਕੁਛ ਜਦੋਂ ਅੱਜ ਤੋਂ ਪਹਿਲਾਂ ਜੇ ਇੱਕ ਬਜ਼ੁਰਗ ਨੂੰ 50 ਕਿੱਲੇ ਆਉਂਦੇ ਸੀ, ਅੱਜ 5 ਹੀ ਰਹਿ ਗਏ। ਫਿਰ ਪੁੱਤ ਕਿਉਂ ਨਹੀਂ ਮਾਰਦੇ ਅਸੀਂ? ਬਸ ਇਹੋ ਹੀ ਸਾਡਾ ਪਾਗਲਪਣ ਹੈ, ਹੋਰ ਕੁਛ ਨਹੀਂ ਹੈ।
ਉਧਰ ਇੱਧਰ ਪਿਆਰ ਆਉਂਦਾ ਹੈ, ਰੱਬ ਦੇ ਬਣਾਏ ਜੀਵਾਂ ਦਾ ਇਹਨੂੰ ਪਿਆਰ ਨਹੀਂ ਹੈ। ਇਹ ਕਸਾਈ ਬਣ ਗਿਆ, ਇਹ ਸਾਧਨਾ ਬਣਿਆ ਫਿਰਦਾ। ਅੱਜ ਜਦੋਂ ਕਸਾਈ ਸੀ ਉਸ ਵੇਲੇ, ਅੱਜ ਭਗਤ ਜੀ ਨੇ। ਅੱਜ ਨਹੀਂ ਆਪਾਂ ਕਹਿ ਸਕਦੇ। ਉਹ ਤਾਂ ਜਾਗ ਪਏ ਨਾ, ਉਹ ਤਾਂ ਸੰਭਲ ਗਏ, ਉਹ ਤਾਂ ਅਬਨਾਸੀ ਰਾਜ ਲੈ ਗਏ। ਤਾਂ ਰਹੋ ਵਿਚਾਰ, ਉਹ ਨੱਕਾਂ 'ਤੇ ਪੱਲੇ ਲੱਗ ਗਏ ਵੀ ਇਹਨੂੰ ਵੀ ਚੱਜ ਨਾ ਆਇਆ। ਮਹਿਲ ਨੂੰ ਭਰੀ ਦਾ ਕਿਵੇਂ ਹੈ, ਮਹਿਲ ਦੀ ਸਫਾਈ ਕਿਵੇਂ ਰੱਖਣੀ ਹੈ, ਅਤੇ ਮਹਿਲ ਰਾਜੇ ਨੂੰ ਪਸੰਦ ਕਿਹੜਾ ਆਉਣਾ ਹੈ। ਹੁਣ ਤੀਜੇ ਨੂੰ ਕਹਿੰਦੇ ਲਿਆ ਵੀ ਤੇਰਾ ਮਹਿਲ ਚੈੱਕ ਕਰਾ। ਹੁਣ ਜਦੋਂ ਤੀਜੇ ਕੋਲ ਜਾਂਦੇ ਨੇ ਨਾ, ਉੱਥੇ ਵੇਖਿਆ ਉਹ ਰਾਜਾ ਕਹਿਣ ਲੱਗਿਆ ਵੀ ਉਹ ਚਲੋ ਕਹਿੰਦੇ ਉਹ ਤਾਂ ਜੂਏ 'ਤੇ ਲਾ ਦਿੱਤਾ, ਇਹਨੇ ਕੁਛ ਨਾ ਕੁਛ ਵਸਤੂ ਦਿਸਦੀ ਹੈ ਦੂਸਰੇ ਦੇ 'ਚ, ਭਾਵੇਂ ਉਹਨੇ ਰੂੜੀਆਂ ਖਰੀਦੀਆਂ, ਗੰਦ ਖਰੀਦਿਆ, ਪਰ ਕੁਛ ਤਾਂ ਦਿਸ ਰਿਹਾ। ਅਤੇ ਤੇਰੇ ਮਹਿਲ ਵਿੱਚ ਤਾਂ ਹੈ ਹੀ ਕੁਛ ਨਹੀਂ। ਮੈਨੂੰ ਤਾਂ ਇਉਂ ਸੀ ਵੀ ਤੂੰ ਸਿਆਣਾ ਹੈ, ਵੱਡਾ ਹੈ, ਤੇਰੀ ਮੱਤ ਮਾੜੀ ਮੋਟੀ ਠੀਕ ਹੋਵੇਗੀ, ਤੇਰੇ ਮਹਿਲ ਦੇ ਵਿੱਚ ਤਾਂ ਕੁਛ ਵੀ ਨਹੀਂ। ਉਹ ਹੁਣ ਜਿਹੜਾ ਨਾਲ ਸੰਗੀ ਖੜਾ ਨਾ, ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ, ਉਹ ਨਾਲ ਖੜਾ ਹੈ। ਅਤੇ ਸਾਧ ਸੰਗਤ ਉਹ ਕਹਿੰਦਾ ਰਾਜਨ ਇਹ ਮਹਿਲ ਭਰਿਆ ਹੋਇਆ ਹੈ। ਨਾਲ ਵਜ਼ੀਰ ਖੜਾ ਹੈ, ਜਿਹੜੇ ਨੇ ਆਖਿਆ ਵੀ ਇਹਨਾਂ ਦੀ ਬੁੱਧ ਪਰਖਣੀ ਚਾਹੀਦੀ ਹੈ। ਵਜ਼ੀਰ ਕਹਿਣ ਲੱਗਿਆ ਜੀ ਕਾਹਦੇ ਨਾਲ ਭਰਿਆ? ਕਹਿੰਦੇ ਵੇਖੋ ਜਦੋਂ ਮਹਿਲ ਸਾਨੂੰ ਮਿਲਿਆ, ਸਾਨੂੰ ਚਾਬੀਆਂ ਦਿੱਤੀਆਂ, ਮਹਿਲ ਵਿੱਚ ਹਨੇਰਾ ਸੀ। ਆਖੋ ਸਤਨਾਮ ਸ਼੍ਰੀ। ਹੁਣ ਗੁਰਮੁਖ ਇਸ ਗੱਲ ਨੂੰ ਬੜਾ ਕਮਾਲ ਦਾ ਪਕੜੇਗਾ, ਕਿਉਂਕਿ ਗੁਰਮੁਖ ਨੂੰ ਪਤਾ ਹੈ ਵੀ ਜਿਹੜਾ ਵਾਹਿਗੁਰੂ ਨਾਲ ਟੁੱਟ ਕੇ ਮੱਥਾ ਮਾਰਿਆ ਸੀ, ਪਹਿਲਾਂ ਠੋਕਰਾਂ ਖਾਧੀਆਂ, ਵਿਸ਼ੇ ਵਿਕਾਰਾਂ ਦੇ ਖੂਹਾਂ 'ਚ ਡਿੱਗੇ ਪਏ ਸੀ, ਨਿੰਦਿਆ ਚੁਗਲੀ ਪਾਪ ਠੱਗੀਆਂ, ਉਹ ਹਨੇਰਾ ਸੀ, ਉਹ ਅਗਿਆਨ ਸੀ, ਉਹ ਮਨਮੱਤ ਸੀ। ਪਰ ਜਦੋਂ ਗੁਰੂ ਦੇ ਪਿਆਰ ਰੂਪੀ, ਗੁਰੂ ਦੇ ਬਖਸ਼ਿਸ਼ ਰੂਪੀ ਮਿਸਾਲ ਸ਼ਬਦ ਗੁਰੂ ਉਹ ਮਿਲ ਗਿਆ ਨਾ, ਫਿਰ ਕਹਿੰਦੇ ਹੁਣ ਉਹ ਤਾਂ ਬਹੁਤ ਦੂਰ ਰਹਿ ਗਈਆਂ। ਉਹ ਤਾਂ ਪਛਤਾਉਣੇ ਵੀ ਆ, ਰੋਨੇ ਵੀ ਆ ਵੀ ਓਹੋ ਇੰਨਾ ਅਮੋਲਕ ਸਮਾਂ ਆਪਾਂ ਕਿੱਥੇ ਟੱਕਰਾਂ ਮਾਰ ਕੇ ਗਵਾ ਲਿਆ ਸੀ। ਕਹਿਣ ਲੱਗੇ ਹਨੇਰਾ ਸੀ ਨਾ, ਆਹ ਵੇਖੋ ਜਿਹੜੇ ਮਰਜ਼ੀ ਕਮਰੇ ਵਿੱਚ ਚਲੇ ਜਾਓ, ਮਸਾਲਾਂ ਜਗਦੀਆਂ ਨੇ, ਪ੍ਰਕਾਸ਼ ਹੈ, ਪ੍ਰਕਾਸ਼ ਹੈ, ਚਾਨਣ ਨਾਲ ਭਰਿਆ ਮਹਿਲ। ਅਤੇ ਜਦੋਂ ਸਾਨੂੰ ਮਹਿਲ ਦੀ ਚਾਬੀ ਮਿਲੀ ਸੀ, ਇਹ ਮਹਿਲ ਦੇ ਵਿੱਚ ਦੁਰਗੰਧੀ ਸੀ, ਅਤੇ ਅਸੀਂ ਅਗਰਬੱਤੀ ਲਾਈ ਹੈ, ਧੂਪ ਲਾਈ ਹੈ, ਅਤੇ ਸਾਰੇ ਮਹਿਲ ਵਿੱਚ ਸੁਗੰਧੀ ਹੈ। ਰਾਜਨ ਵਜ਼ੀਰ ਜੀ ਇਹ ਮਹਿਲ ਆਪਣਾ ਪ੍ਰਕਾਸ਼ ਨਾਲ ਭਰਿਆ ਅਤੇ ਸੁਗੰਧੀ ਨਾਲ ਭਰਿਆ, ਇਹਦਾ ਕੋਈ ਵੀ ਕੋਨਾ ਖਾਲੀ ਨਹੀਂ ਹੈ। ਵਜ਼ੀਰ ਦੇ ਹੱਥ ਜੁੜ ਗਏ, ਰਾਜੇ ਦੇ ਹੱਥ ਜੁੜ ਗਏ। ਰਾਜਾ ਪੁੱਛਦਾ ਹੈ ਵਜ਼ੀਰ ਨੂੰ, ਵਜ਼ੀਰ ਦੱਸ ਫਿਰ। ਕਹਿੰਦੇ ਦੱਸਣਾ ਕੀ ਹੈ, ਚਾਬੀਆਂ ਫੜਾ ਦੇ, ਕਾਮਯਾਬ ਹੈ, ਕਿਤੇ ਨਹੀਂ ਮਾਰ ਖਾਊਗਾ, ਇਹ ਨਹੀਂ ਡੋਲਦਾ। ਇਹਨੂੰ ਪਤਾ ਹੈ ਵੀ ਮਹਿਲ ਨੂੰ ਕਿਸ ਤਰ੍ਹਾਂ ਸਾਹਮਣਾ, ਮਹਿਲ ਵਿੱਚ ਪ੍ਰਕਾਸ਼ ਕਿਵੇਂ ਕਰਨਾ, ਸੁਗੰਧੀ ਕਿਵੇਂ, ਅਤੇ ਪਰਜਾ ਦੀ ਰਾਖੀ ਕਿਵੇਂ ਕਰਨੀ ਹੈ। ਅਤੇ ਪਿਆਰਿਓ ਇਹ ਗੱਲ ਆਪਣੀ ਹੋਈ ਹੈ। ਤੀਜੀ ਕਿਸਮ ਦੇ ਉਹ ਗੁਰਮੁਖ ਨੇ ਜਿਹੜੇ ਫਿਰ ਆਤਮਾ ਕਰਕੇ ਪ੍ਰਕਾਸ਼, ਆਤਮਾ ਪ੍ਰਕਾਸ਼ ਹੋ ਜਾਂਦੀ ਹੈ। ਸੁਰਤ ਜਿਹੜੀ ਹੈ ਸੂਖਸ਼ਮ ਮੰਡਲਾਂ ਵਿੱਚ ਚਲੀ ਜਾਂਦੀ ਹੈ। ਵਿਵੇਕ ਬੁੱਧ ਸੱਤ ਅਸੱਤ ਦੀ ਵਿਚਾਰ ਕਰਦੀ ਹੈ, ਚੰਗੇ ਮਾੜੇ ਦੀ ਵਿਚਾਰ ਕਰਦੀ ਹੈ। ਇਹ ਜੱਗ ਤੋਂ ਕਦੋਂ ਤੁਰ ਜਾਣਾ, ਕਿਹੜੇ ਵੇਲੇ ਤੁਰ ਜਾਣਾ, ਉਹਦਾ ਧਿਆਨ ਰੱਖਦੀ ਹੈ। ਅਤੇ ਉੱਥੇ ਸਾਧ ਸੰਗਤ ਰੱਬ ਦੇ ਸ਼ੁਭ ਗੁਣਾਂ ਰੂਪੀ ਸੁਗੰਧੀ ਅਤੇ ਸ਼ਬਦ ਰੂਪੀ ਪ੍ਰਕਾਸ਼ ਹੁੰਦਾ ਹਰ ਵੇਲੇ 24 ਘੰਟੇ 8 ਪਹਿਰ। ਕਿਉਂਕਿ ਉਹ ਫਿਰ ਉਹ ਮਹਿਲ ਦੇ ਵਿੱਚ ਸਦਾ ਪ੍ਰਕਾਸ਼ ਰਹੇ, ਉਹ ਮਹਿਲ ਦੇ ਵਿੱਚ ਸਦਾ ਸੁਗੰਧੀ ਰਹੇ। ਅਤੇ ਸਾਧ ਸੰਗਤ ਉਹਨਾਂ ਦੀ ਬਾਬਤ ਇਉਂ ਲਿਖਿਆ, ਉਹ ਐਵੇਂ ਨਹੀਂ ਹੁੰਦਾ, ਉਹਦੇ ਵਾਸਤੇ ਘਾਲਣਾ, ਉਹਦੇ ਵਾਸਤੇ ਉਦਮ। ਅਤੇ ਫਿਰ ਸਾਧ ਸੰਗਤ ਉਹ ਸੰਭਾਲ ਕਰਦੇ ਨੇ ਅੰਮ੍ਰਿਤ ਵੇਲੇ ਦੀ। ਇਉਂ ਲਿਖਿਆ ਉਹਨਾਂ ਦੀ ਬਾਬਤ, ਰੱਬ ਦੇ ਪਿਆਰਿਆਂ ਦੀ ਬਾਬਤ। ਅੰਮ੍ਰਿਤ ਵੇਲੇ ਜਾਗਦੇ, 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 ਅੰਮ੍ਰਿਤ ਵੇਲੇ ਜਾਗਦੇ। ਸਾਰੀ ਰਾਤ ਜਾਗਦੇ, 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 ਸਾਰੀ
ਅੰਮ੍ਰਿਤ ਵੇਲੇ ਜਾਗਦੇ, 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 ਅੰਮ੍ਰਿਤ ਵੇਲੇ ਜਾਗਦੇ। ਮਹਾਂ ਕੇ ਬੋਲਣ ਬੋਲੀ ਹੈ, ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਜਗ ਹੈ ਸੰਤ ਜਨਾ ਮੇਰੇ RAM ਪਿਆਰੇ। ਤੇ ਸਾਧ ਸੰਗਤੋਂ ਰੱਬ ਦੇ ਪਿਆਰੇ ਫਿਰ ਜੋਗੀ ਜਨ। ਅੰਮ੍ਰਿਤ ਵੇਲਾ ਭਾਵ ਆ ਜਿਹੜਾ ਸਰੀਰ ਹੈ ਨਾ, ਇਹ ਹਰ ਵੇਲੇ ਅੰਮ੍ਰਿਤ ਵੇਲਾ। ਇੱਕ ਤਾਂ ਹੈਗਾ 4 ਪਹਿਰਾਂ ਦੇ ਵਿੱਚੋਂ ਰਾਤ ਦਿਆਂ ਚੋਂ ਅੰਮ੍ਰਿਤ ਵੇਲਾ, ਤੇ ਇਹ ਸਰੀਰ ਸਾਡਾ ਅੰਮ੍ਰਿਤ ਵੇਲਾ ਹੈ। ਜਦੋਂ ਵੀ ਜਾਗੇ ਇਹਦੀ ਸੰਭਾਲ ਕਰੋ, ਸਵਾਸਾਂ ਦੀ, ਸਮੇਂ ਦੀ, ਸਰੀਰ ਦੀ, ਇਹਨੂੰ ਸੰਭਾਲੋ। ਇਹਨੂੰ ਅਸੀਂ ਇਸ ਤਰ੍ਹਾਂ ਨਹੀਂ ਗਵਾਉਣਾ, ਪਹਿਲੇ ਦੀ ਤਰ੍ਹਾਂ ਜਾਂ ਦੂਜੇ ਦੀ ਤਰ੍ਹਾਂ, ਤੀਜੇ ਦੀ ਤਰ੍ਹਾਂ ਸਾਂਭ ਕੇ ਰੱਖਣਾ ਹੈ। ਫਿਰ ਜਾ ਕੇ ਵਾਹਿਗੁਰੂ ਦੇ ਘਰ ਦੀ ਖੁਸ਼ੀ ਮਿਲਦੀ ਹੈ, ਫਿਰ ਜਾ ਕੇ ਵਾਹਿਗੁਰੂ ਦੇ ਘਰ ਪ੍ਰਵਾਨ ਹੋਈਦਾ ਹੈ। ਗੁਰ ਕੀ ਮੱਤ ਤੂੰ ਲੇਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਇੱਥੇ ਬੜੇ ਬੜੇ ਸਿਆਣੇ ਚਲਾਕ ਲੋਕ ਡੁੱਬ ਗਏ। ਆਪਾਂ ਤਰਨ ਵਾਸਤੇ ਆਏ ਹਾਂ, ਆਪਾਂ ਪਾਸ ਹੋਣ ਵਾਸਤੇ ਆਏ ਹਾਂ, ਆਪਾਂ ਫੇਲ ਨਹੀਂ ਹੋਣਾ। ਸੋ ਆਓ ਪਿਆਰਿਓ, ਅੱਜ ਆਪਾਂ ਜਿਸ ਪਰਿਵਾਰ ਵਿੱਚ ਬੈਠੇ ਹਾਂ, ਚੀਮਾ ਪਰਿਵਾਰ ਵਿੱਚ ਆਪਾਂ ਬੈਠੇ ਹਾਂ, ਅੱਜ ਸਾਡੇ ਵਿੱਚੋਂ ਉਹ ਮਿਹਨਤ ਕਰਨ ਵਾਲਾ, ਬਹੁਤ ਚੰਗਾ ਕਿਸਾਨ, ਸਾਧ ਸੰਗਤ, ਉਦਮ ਕਰਨ ਵਾਲਾ, ਆਪਣੇ ਪਰਿਵਾਰ ਦੇ ਵਿੱਚ, ਆਪਣੇ ਭਰਾਵਾਂ ਵਿੱਚ, ਆਪਣੇ ਬੱਚਿਆਂ ਵਿੱਚ ਉਹਨਾਂ ਦਾ ਜਿਹੜਾ ਸਾਧ ਸੰਗਤ ਉਦਮ ਸੀ, ਅੱਜ ਪਰਿਵਾਰ ਨੂੰ, ਕਿਉਂਕਿ ਇੱਕ ਪਿਤਾ ਦੀਆਂ 4 ਡਿਊਟੀਆਂ ਹੁੰਦੀਆਂ ਨੇ, ਸਾਡੀਆਂ ਸਾਰਿਆਂ ਦੀਆਂ 4 ਡਿਊਟੀਆਂ ਨੇ, ਵਿਸਥਾਰ ਨਹੀਂ ਕਰਦੇ, ਪਰ 4 ਡਿਊਟੀਆਂ ਕਿਹੜੀਆਂ ਕਿਹੜੀਆਂ? ਸਭ ਤੋਂ ਪਹਿਲੀ ਸਾਡੀ ਧਾਰਮਿਕ ਡਿਊਟੀ, ਫਿਰ ਸਾਡੀ ਰਾਜਨੀਤਿਕ ਡਿਊਟੀ, ਫਿਰ ਸਾਡੀ ਜਿਹੜੀ ਹੈ ਸਮਾਜਿਕ ਡਿਊਟੀ, ਤੇ ਫਿਰ ਉਹਦੇ ਤੋਂ ਬਾਅਦ ਸਾਡੀ ਹੈ ਜਿਹੜੀ ਉਹ ਆਪਣਾ ਜੋ ਵੀ ਕੰਮ ਧੰਦਾ ਰੋਜ਼ਮਰਰਾ ਦਾ ਆਪਣਾ ਹੁੰਦਾ, ਚੌਥੀ ਡਿਊਟੀ ਉਹ ਹੈ। ਉਹ ਡਿਊਟੀਆਂ ਇੱਕ ਪਿਤਾ ਕਿਸ ਤਰ੍ਹਾਂ ਨਿਭਾਉਂਦਾ ਹੈ ਤੇ ਇੱਕ ਪੁੱਤ ਕਿਸ ਤਰ੍ਹਾਂ ਨਿਭਾਉਂਦਾ ਹੈ, ਉਹ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ। ਆਰਥਿਕ ਜਿਹੜਾ ਪੱਖ ਹੁੰਦਾ ਇਹ ਚੌਥਾ, ਤਾਂ ਉਹ ਆਰਥਿਕ ਪੱਖ ਵੀ ਉਹ ਚੰਗੀ ਤਰ੍ਹਾਂ ਨਿਭਾ ਗਏ, ਤੇ ਸਮਾਜਿਕ ਪੱਖ ਵੀ ਨਿਭਾ ਗਏ, ਰਾਜਨੀਤਿਕ ਪੱਖ ਵੀ ਨਿਭਾ ਗਏ। ਚਲੋ ਉਹ ਖੇਡਾਂ ਨੇ ਵਾਹਿਗੁਰੂ ਦੀਆਂ। ਉਹਨਾਂ ਦੇ ਭਰਾ ਜੀ ਜਥੇਦਾਰ ਭਾਈ ਦਰਸ਼ਨ ਸਿੰਘ ਹੋਰੀ, ਲਾਡਲੀਆਂ ਫੌਜਾਂ ਗੁਰੂ ਕੀਆਂ, ਨਿਹੰਗ ਸਿੰਘ ਜਥੇਬੰਦੀਆਂ ਅੱਜ ਬਹੁ ਗਿਣਤੀ ਦੇ ਵਿੱਚ ਪਹੁੰਚੇ ਹੋ। ਸੋ ਜਿੱਥੇ ਉਹ ਸੱਚੇ ਕਿਸਾਨ ਸੀ, ਸੱਚੀ ਕਿਰਤ ਕਰਨ ਵਾਲੇ, ਬਹੁਤ ਉਦਮੀ, ਹਰ ਵੇਲੇ ਕੰਮ ਧੰਦੇ ਨੂੰ ਸ਼ੌਂਕ ਨਾਲ ਕਰਨਾ, ਤੇ ਉੱਥੇ ਪੰਥ ਦੇ ਵਿੱਚ ਵੀ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਅੱਜ ਤਾਂ ਗੁਰਮੁਖੋ ਜਿਹੜਾ ਸਾਲ ਭਰ ਤੋਂ ਦਿੱਲੀ ਅੰਦੋਲਨ ਚੱਲ ਰਿਹਾ ਹੈ, ਜਾਂ ਸਾਰੇ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ, ਤੇ ਉਹਦੇ ਵਿੱਚ ਇਹ ਜਥੇਬੰਦੀਆਂ ਨੇ ਇੱਕ ਗੱਲ ਤਾਂ ਨਾਲ ਸਾਡਾ ਸਿਰ ਹੈ ਜਿਹੜਾ ਕੌਮ ਦਾ, ਮਾਣ ਦੇ ਨਾਲ ਉੱਚਾ ਕਰ ਦਿੱਤਾ। ਜਣਾ ਖਣਾ ਜਿਹੜਾ ਕਹਿੰਦੇ ਇਹ ਤਾਂ ਮੈਂਟਲ ਹੈ ਜੀ, ਇਹਨੂੰ ਤਾਂ ਕਾਸੇ ਦਾ ਪਤਾ ਨਹੀਂ ਜੀ, ਲੈ ਹੁਣ ਕਰਵਾ ਕੇ ਦਿਖਾ ਦਿਓ। ਜੇ ਇੱਕ ਇੱਕ ਨਿਹੰਗ ਸਿੰਘ ਨਾ ਇੱਕ ਪਿੰਡ ਦੇ ਗੁਰਦੁਆਰੇ ਵਿੱਚ ਹੋਵੇ, ਮੈਥੋਂ ਲਿਖ ਕੇ ਲੈ ਲਓ ਜੇ ਕੋਈ ਬੇਅਦਬੀ ਕਰ ਜਾਵੇ, ਕਿਉਂਕਿ ਉਹਨੂੰ ਪਤਾ ਹੈ ਵੀ ਜਦੋਂ ਬੇਅਦਬੀ ਕਰਕੇ ਬਾਹਰ ਨਿਕਲੂਗਾ ਨਾ, ਜਾਂ ਤਾਂ ਇਹ 'ਤੇ ਬੋਡੀ ਦੇ ਉੱਪਰ ਸਿਰ ਨਹੀਂ ਹੋਣਾ, ਜਾਂ ਫਿਰ ਕੋਈ ਲੱਤ ਬਾਂਹ ਇੱਕ ਪਾਸੇ ਪਈ ਹੋਊਗੀ। ਸੋ ਇਹ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚ ਇੱਕ ਚੀਜ਼ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਅੱਜ ਵੇਖਣ ਨੂੰ ਮਿਲਦਾ ਹੈ। ਉਹ ਜਿਹੜਾ ਸਪਿਰਿਟ, ਉਹ ਕਲਗੀ ਵਾਲੇ ਪਾਤਸ਼ਾਹ ਨੇ ਜਿਹੜਾ ਖਾਲਸਾ ਸਾਜਿਆ ਸੀ, ਬੱਬਰ ਸ਼ੇਰਾਂ ਦੀ ਕੌਮ ਕਹਿ ਸਕਦੇ ਹਾਂ। ਨਿਹੰਗ ਸਿੰਘ ਜਥੇਬੰਦੀਆਂ ਦੇ ਕੋਲ ਉਹ ਤਾਕਤ ਹੈ। ਉਹ ਸਾਧ ਸੰਗਤ ਇਉਂ ਹੀ ਪਤਾ ਲੱਗਦਾ ਵੀ ਲੱਤ ਤਾਂ ਹੋ ਗਈ, ਸਿਰ ਤਾਂ ਹੋ ਗਿਆ, ਪਰ ਉਹਦੇ ਵਾਸਤੇ ਜਿਗਰਾ, ਉਹਦੇ ਵਾਸਤੇ ਸਾਧ ਸੰਗਤ ਅੱਜ ਜਿਹੜਾ ਉਹ ਸਿੰਘੂ ਬਾਰਡਰ ਦੇ ਉੱਪਰ ਮੱਸੇ ਰੰਗੜ ਵਾਲੀ ਘਟਨਾ ਕਰਕੇ ਦਿਖਾਈ ਨਿਹੰਗ ਸਿੰਘਾਂ ਨੇ, ਉਹਨਾਂ ਨੂੰ ਬਈ ਦੋਨੇ ਹੱਥ ਜੋੜ ਕੇ ਨਮਸਕਾਰ ਹੈ। ਜਥੇਬੰਦੀਆਂ ਦੇ ਨਾਲ ਖੜੋ, ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਵੱਡਾ ਕੋਈ ਨਹੀਂ ਹੈ। ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਸਭ ਕੁਛ ਨੇ। ਇਸ ਕਰਕੇ ਉਹ ਜਿਹੜਾ ਵਿਵਾਦ ਕੋਈ ਹੋਰ ਵੱਖਰਾ, ਉਹ ਵੱਖ ਚੀਜ਼ ਹੁੰਦੀ ਹੈ, ਪਰ ਮੇਨ ਇਸ਼ੂ ਸੀ ਜਿਹੜਾ ਉਹ ਇਹ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੱਥ ਪਾਉਣ ਵਾਸਤੇ ਬੰਦਾ ਆਇਆ ਸੀ, ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਦੱਸ ਦਿੱਤਾ ਵੀ ਅਸੀਂ ਇਹ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਸੋ ਇਸ ਕਰਕੇ ਇਹ ਸਾਡੀ ਜਿਹੜੀ ਜਥੇਬੰਦੀ ਹੈ, ਕੌਮ ਹੈ, ਇਹ ਬੱਬਰ ਸ਼ੇਰਾਂ ਦੀ ਕੌਮ ਹੈ। ਇਹਨਾਂ ਦਾ ਬਹੁਤ ਸਾਰਾ ਅਸੀਂ ਸਤਿਕਾਰ ਕਰੀਏ, ਇਹਨਾਂ ਦੇ ਨਾਲ ਖੜੀਏ, ਇਹਨਾਂ ਦੀ ਹੌਸਲਾ ਅਫਜ਼ਾਈ ਕਰੀਏ, ਕਿਉਂਕਿ ਇਹਨਾਂ ਦੇ ਵਿੱਚ ਉਹ ਤਾਕਤ ਹੈ। ਘੋੜ ਸਵਾਰੀ, ਨੇਜਾ, ਤਲਵਾਰ, ਜੋ ਜੋ ਗੱਤਕੇ ਦੇ ਸਾਧ ਸੰਗਤ ਦਾ ਹੁੰਦੇ ਨੇ, ਸੱਚ ਹੈ। ਇੱਕ ਪਾਸੇ 100 ਬੰਦਾ ਖੜਾ ਦਿਓ, ਇੱਕ ਨਿਹੰਗ ਸਿੰਘ ਖੜਾ ਦਿਓ, 100 ਦੀਆਂ ਭਾਜਣਾ ਪਵਾ ਦੂਗਾ। ਸੋ ਇਹ ਚੀਜ਼ ਦਾ ਆਉਣ ਵਾਲਾ ਸਮਾਂ ਜਿਹੜਾ ਜਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ, ਮੈਨੂੰ ਪਤਾ ਵੀ ਆਪਾਂ ਨੂੰ ਇਕੱਲੇ ਇਕੱਲੇ ਨੂੰ ਇਸੇ ਤਰ੍ਹਾਂ ਹੀ ਬਣਨਾ ਪੈਣਾ। ਜਿਹੜੇ ਆਉਣ ਵਾਲੇ ਹਾਲਾਤ ਆਪਾਂ ਵੇਖ ਰਹੇ ਹਾਂ,
ਗੌਰਮੈਂਟਾਂ ਦੀ ਨੀਤੀ ਵੇਖ ਰਹੇ ਹਾਂ, ਜੋ ਸਾਡੇ ਨਾਲ ਜ਼ਬਰਦਸਤੀ ਹੋ ਰਹੀ ਹੈ, ਧੱਕਾ ਹੋ ਰਿਹਾ ਹੈ, ਡਿਕਟੇਟਰਸ਼ਿਪ ਹੈ ਜਿਹੜੀ ਉਹ ਤਾਨਾਸ਼ਾਹੀ ਹੁੰਦੀ ਜਾ ਰਹੀ ਹੈ। ਕਿਤੇ ਵੀ ਲੋਕਤੰਤਰ ਨਾਂ ਦੀ ਇੱਕ ਚੀਜ਼ ਬਣ ਕੇ ਰਹਿ ਗਈ ਹੈ, ਪਰ ਜਿੱਥੇ ਸਾਡੇ ਹੱਕਾਂ ਦੀ ਗੱਲ ਹੈ ਉਹ ਸਾਨੂੰ ਨਹੀਂ ਮਿਲ ਰਹੇ। ਹਰ ਥਾਂ 'ਤੇ ਜ਼ਿਆਦਤੀ, ਮਹਿੰਗਾਈ ਅੰਬਰਾਂ ਨੂੰ ਛੂਹ ਗਈ ਹੈ। ਮਹਿੰਗਾਈ ਨੇ ਲੱਕ ਤੋੜ ਕੇ ਰੱਖ ਦਿੱਤਾ। ਕਿਤੇ ਵੀ ਆਪਾਂ ਜ਼ੋਰ ਲਾ ਕੇ ਅੰਨ ਉਗਾਉਂਦੇ ਹਾਂ, ਉਹਨੂੰ ਸਹੀ ਸਮੇਂ 'ਤੇ ਖਰੀਦਦੇ ਨਹੀਂ ਹਨ, ਸਹੀ ਮੁੱਲ ਨਹੀਂ ਦਿੰਦੇ, ਸਹੀ ਭਾਅ ਨਹੀਂ ਦਿੰਦੇ। ਇਸ ਕਰਕੇ ਉਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਇਹ ਜਿਹੜੀ ਆਪਣੀ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਸਿੱਖ ਕੌਮ ਨਿਹੰਗ ਸਿੰਘ ਜਥੇਬੰਦੀਆਂ, ਸੂਰਬੀਰ ਯੋਧਿਆਂ ਦੀ ਜਥੇਬੰਦੀ ਕਹਿ ਲਓ, ਸੋ ਉਹਨਾਂ ਜਥੇਬੰਦੀਆਂ ਦਾ ਵੀ ਅੱਜ ਸਤਿਕਾਰ ਕਰਨਾ ਫਰਜ਼ ਬਣਦਾ ਹੈ। ਆਪਣੇ ਵਿੱਚ ਭਾਈ ਜੋਰਾ ਸਿੰਘ ਜੀ ਨਹੀਂ ਰਹੇ, ਉਹਨਾਂ ਦੇ ਸਤਿਕਾਰਯੋਗ ਜੀਵਨ ਸਾਥੀ ਬੀਬਾ ਅਮਰਜੀਤ ਕੌਰ ਉਹਨਾਂ ਵਾਸਤੇ ਵੱਡਾ ਘਾਟਾ ਹੈ। ਉਹਨਾਂ ਦੇ ਸਤਿਕਾਰਯੋਗ ਬੇਟੇ ਭਾਈ ਜੱਸੀ ਸਿੰਘ, ਭਾਈ ਗੁਰਪ੍ਰੀਤ ਸਿੰਘ ਔਰ ਪਿਆਰੀ ਧੀ ਅਮਨ ਕੌਰ, ਇਸ ਘਰ ਦੇ ਜਵਾਈ ਸਰਦਾਰ ਅਮਰਜੀਤ ਸਿੰਘ ਜੀ ਮਾਖਾ ਪਿੰਡ ਵਾਲੇ, ਔਰ ਉਹਨਾਂ ਦੇ ਸਤਿਕਾਰਯੋਗ ਭਰਾ। 7 ਭਰਾਵਾਂ ਦੇ ਵਿੱਚੋਂ ਸਾਧ ਸੰਗਤ 4 ਭਰਾ ਆਪਣੇ ਵਿੱਚ ਨਹੀਂ ਰਹੇ ਅਤੇ 3 ਭਰਾ ਦਰਸ਼ਨ ਸਿੰਘ ਜਥੇਦਾਰ ਜੀ, ਭੋਲਾ ਸਿੰਘ ਅਤੇ ਪ੍ਰਗਟ ਸਿੰਘ ਉਹ ਆਪਣੇ ਵਿੱਚ ਬੈਠੇ ਭਰਾ, ਅਤੇ ਸਾਧ ਸੰਗਤ ਮਾਤਾ ਸੁਰਜੀਤ ਕੌਰ ਜੀ ਜਿਨ੍ਹਾਂ ਨੇ ਆਪਣੇ ਹੱਥੀਂ ਆਪਣੇ ਲਾਡਲੇ ਪੁੱਤ ਨੂੰ ਆਪਣੇ ਹੱਥੀਂ ਤੋਰ ਦਿੱਤਾ, ਉਹਨਾਂ ਵਾਸਤੇ ਵੀ ਬਹੁਤ ਵੱਡੇ ਘਾਟੇ ਦੀ ਗੱਲ ਹੈ। ਅਤੇ ਸਾਧ ਸੰਗਤ ਭੈਣ 3 ਭੈਣਾਂ ਗੁੱਡੀ ਕੌਰ, ਰਾਣੋ ਕੌਰ ਅਤੇ ਪਾਲ ਕੌਰ, ਇਹ ਗਾਦੜ ਪੱਤੀ ਗੰਢੂਆਂ ਕਲਾਂ, ਅਤੇ ਇੱਕ ਇਹਨਾਂ 'ਚੋਂ ਵੱਡੀ ਭੈਣ ਜਿਹੜੀ ਗੁੱਡੀ ਕੌਰ ਹੈ ਮੇਰੇ ਪਿੰਡ ਹੀ ਹੈ। ਭਾਈ ਜਸਵਿੰਦਰ ਸਿੰਘ ਹੋਰੀ ਅਸੀਂ ਭੋਲਾ ਕਹਿ ਦਿੰਦੇ ਹਾਂ, ਮੱਥਾ ਟੇਕਣ ਆ ਰਹੇ ਨੇ, ਇਹਨਾਂ ਨੂੰ ਹੈ। ਸੋ ਇਸ ਕਰਕੇ ਸਾਧ ਸੰਗਤ ਇਹ ਇੱਕ ਵੱਡਾ ਘਾਟਾ ਹੈ। ਦੁੱਖ ਦੀ ਘੜੀ ਵਿੱਚ ਆਪ ਜੀ ਸਮੁੱਚੀਆਂ ਸੰਗਤਾਂ, ਰਤੀਆ ਸ਼ਹਿਰ ਦੀ ਸੰਗਤ, ਇਲਾਕੇ ਦੀ ਸੰਗਤ, ਮਾਣਯੋਗ ਸ਼ਖਸੀਅਤਾਂ, ਪੰਚ ਸਰਪੰਚ, ਕਿਸਾਨ ਜਥੇਬੰਦੀਆਂ ਅਤੇ ਸਾਧ ਸੰਗਤ ਨਿਹੰਗ ਸਿੰਘ ਜਥੇਬੰਦੀਆਂ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਜੇ ਨਾਮ ਲਵਾਂਗਾ ਤਾਂ ਫਿਰ ਜ਼ਿਆਦਤੀ ਹੋ ਜਾਵੇਗੀ, ਕਿਉਂਕਿ ਸਾਰੀ ਪਿਆਰ ਵਾਲੇ ਬੈਠੇ ਹੋ। ਇਸ ਕਰਕੇ ਹੁਣ ਆਪਾਂ ਸਮਾਪਤ